आप लिहो तुम कथा सुधारी। ਵਾਹਿਗੁਰੂ ਸਾਹਿਬ ਜੀ। ਸਤ ਸदैव ਸਰੂਪ ਸਤ ਬ੍ਰਤ, ਆਦ ਅਨਾਦ ਅਗਾਧ ਅਜੈ ਹੈ। ਦਾਨ ਦਇਆ ਦਮ ਸੰਜਮ ਨੇਮ, ਜਤ ਬ੍ਰਤ ਸੀਲ ਸੋ ਬ੍ਰਿਤ ਅਬੈ ਹੈ। ਆਦ ਅਨੀਲ ਅਨਾਦ ਅਨਾਹਦ, ਆਪ ਅਦਵੈਖ ਅਭੇਖ ਅਭੈ ਹੈ। ਰੂਪ ਰੂਪ ਅਰੇਖ ਜਰਾਰਦਨ, ਦੀਨ ਦਇਆਲ ਕਿਰਪਾਲ ਭਏ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨਾਂ ਕਮਲਾਂ ਵਿਖੇ ਸੰਧਿਆ ਦੇ ਦੀਵਾਨ ਸਜੇ ਹਨ ਔਰ ਸਜੇ ਹੋਏ ਦੀਵਾਨਾਂ ਵਿੱਚ ਸੋਧਾ ਰਹਿਰਾਸ ਸਾਹਿਬ ਜੀ ਦੇ ਪਾਠ, ਗੁਰਬਾਣੀ ਦੇ ਕੀਰਤਨ ਹੋਏ ਹਨ। ਗੁਰਮੁਖ ਪਿਆਰੇ ਗੁਰਸਿੱਖਾਂ ਤੋਂ ਜਗਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਵੱਡੀ ਵਡਿਆਈ ਪ੍ਰਗਟ ਭਈ। ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ ਪਾਤਸ਼ਾਹ ਦੀ ਸੋਭਾ ਸੰਗਤਾਂ ਨੇ ਸਰਵਣ ਕੀਤੀ ਹੈ। ਸਤਿਕਾਰਯੋਗ ਸਾਧ ਸੰਗਤ ਜੀ, ਬੜੀ ਬਖਸ਼ਿਸ਼ ਕਿਰਪਾ ਹੋ ਰਹੀ ਹੈ। ਸਮੂਹ ਸੰਗਤਾਂ ਬੜੇ ਪਿਆਰ ਨਾਲ ਦਸਵੇਂ ਪਾਤਸ਼ਾਹ ਕਲਗੀਧਰ ਦੇ ਉਚਾਰਨ ਕੀਤੇ ਹੋਏ ਸਵਈਆਂ ਦੀ ਕਥਾ ਸਰਵਣ ਕਰ ਰਹੀਆਂ। ਇਹਨਾਂ ਸਵਈਆਂ ਵਿੱਚ ਮਹਾਰਾਜ ਨੇ ਪ੍ਰਭੂ ਪਿਆਰ ਦੀ ਮਹਿਮਾ ਦੱਸੀ ਹੈ। ਸਾਚ ਕਹੋ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮਹਾਰਾਜ ਕਹਿੰਦੇ ਮੈਂ ਡੰਕੇ ਦੀ ਚੋਟ ਤੇ ਕਹਿਣਾ, ਸੱਚ ਕਹਿਣਾ, ਇਸ ਦੁਨੀਆ ਦਾ ਕੋਈ ਵੀ ਇਨਸਾਨ ਪ੍ਰਭੂ ਨਾਲ ਪਿਆਰ ਕਰ ਲਵੇ, ਉਸ ਰੱਬ ਦਾ ਸੱਚਾ ਆਸ਼ਿਕ ਬਣ ਜਾਵੇ, ਉਸ ਨੂੰ ਪਰਮਾਤਮਾ ਦੀ, ਵਾਹਿਗੁਰੂ ਦੀ ਪ੍ਰਾਪਤੀ ਜ਼ਰੂਰ ਹੋਵੇਗੀ। ਉਸ ਅਕਾਲ ਪੁਰਖ ਦੇ ਨਾਲ ਪ੍ਰੇਮ ਕਰਨ ਵਾਲਿਆਂ ਨੂੰ ਉਹ ਪਰਮੇਸ਼ਰ ਜੁਗਾਂ ਜੁਗਾਂ ਤੋਂ ਪਿਆਰ ਕਰਦਾ ਆ ਰਿਹਾ ਹੈ। ਇਹ ਕੋਈ ਸ਼ਰਤ ਨਹੀਂ ਕਿ ਰੱਬ ਨਾਲ ਪਿਆਰ ਕਰਨ ਵਾਲਾ ਕੋਈ ਅਮੀਰ ਹੋਵੇ ਜਾਂ ਗਰੀਬ ਹੋਵੇ, ਹਿੰਦੂ ਹੋਵੇ ਜਾਂ ਮੁਸਲਮਾਨ ਹੋਵੇ। ਰੱਬ ਨਾਲ ਪਿਆਰ ਕਰਨ ਵਾਲਾ ਬ੍ਰਾਹਮਣ ਹੋਵੇ, ਖੱਤਰੀ ਵੈਸ਼ ਸ਼ੂਦਰ ਹੋਵੇ। ਰੱਬ ਨਾਲ ਪਿਆਰ ਕਰਨ ਵਾਲਾ ਹਿੰਦੁਸਤਾਨੀ ਹੋਵੇ ਭਾਵੇਂ ਪਾਕਿਸਤਾਨੀ ਹੋਵੇ। ਦੇਸ਼ ਦਾ, ਜਾਤੀ ਦਾ, ਧਰਮ ਦਾ, ਮਜ਼ਹਬ ਦਾ ਕੋਈ ਰਿੜਕਾ ਨਹੀਂ। ਪ੍ਰੇਮ ਕਰਨ ਵਾਲਾ ਉਸ ਰੱਬ ਨੂੰ, ਵਾਹਿਗੁਰੂ ਨੂੰ, ਪਰਮਾਤਮਾ ਨੂੰ ਪਾ ਹੀ ਰਹਿੰਦਾ ਹੈ। ਕੀਰਤਪੁਰ ਸਾਹਿਬ ਪੰਜਾਬ ਦੇ ਵਿੱਚ ਗੁਰੂ ਦੀ ਪਾਵਨ ਨਗਰੀ ਹੈ, ਜਿਹੜੀ ਨਗਰੀ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਾ ਕੇ ਸਾਈਂ ਬੁੱਢਣ ਸ਼ਾਹ ਜੀ ਦਾ ਦੁੱਧ ਪ੍ਰਵਾਨ ਕੀਤਾ ਸੀ ਤੇ ਬਚਨ ਕੀਤਾ ਸੀ, 6ਵੇਂ ਜਾਮੇ 'ਚ ਤੁਹਾਡਾ ਇਹ ਦੁੱਧ ਪੀਵਾਂਗੇ। ਮੁਸਲਮਾਨ ਫਕੀਰ ਨੇ ਆਖਿਆ ਸੀ, ਮਹਾਰਾਜ ਤੁਹਾਡੇ 6ਵੇਂ ਜਾਮੇ ਤੱਕ ਮੈਂ ਇੱਥੇ ਜਿੰਦਾ ਰਵਾਂਗਾ। ਮਹਾਰਾਜ ਨੇ ਆਖਿਆ 6ਵੇਂ ਜਾਮੇ ਤੱਕ ਤੁਸੀਂ ਜਿੰਦਾ ਵੀ ਰਹੋਗੇ ਔਰ ਸਾਨੂੰ ਦੁੱਧ ਵੀ ਪਿਆਓਗੇ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀਆਂ ਪੀਰੀਆਂ ਦੇ ਮਾਲਕ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਲਿੱਤਾ। ਬਾਬਾ ਜੀ ਵੱਡੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਉਹਨਾਂ ਨੂੰ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਸਾਈਂ ਬੁੱਢਣ ਸ਼ਾਹ ਕੋਲ ਆਏ, ਦੁੱਧ ਪੀਤਾ, ਉੱਥੇ ਨਗਰੀ ਵਸਾਈ ਕੀਰਤਪੁਰ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਆਪਣੇ ਜੀਵਨ ਦੇ ਅਖੀਰਲੇ 10 ਸਾਲ ਉੱਥੇ ਹੀ ਸਮਾਂ ਗੁਜ਼ਾਰਿਆ ਹੈ। ਜੋਤੀ ਜੋਤ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਸਮਾਏ ਨੇ। ਉਸੇ ਨਗਰ ਦੇ ਵਿੱਚ 17 ਸਾਲ ਸ੍ਰੀ ਗੁਰੂ ਹਰਿਰਾਏ ਸਾਹਿਬ ਗੁਰਿਆਈ ਕੀਤੀ ਹੈ। ਸਨ 1634 ਤੋਂ ਲੈ ਕੇ 1662 ਤੱਕ
ਲਗਭਗ 30-32 ਸਾਲ 28 ਸਾਲ ਇਹ ਜਿਹੜਾ ਸਮਾਂ ਬਣਦਾ ਹੈ, ਇਹ ਸਮਾਂ ਸਤਿਗੁਰੂ ਜੀ ਕੀਰਤਪੁਰ ਸਾਹਿਬ ਰਹੇ 6ਵੇਂ ਔਰ 7ਵੇਂ ਪਾਤਸ਼ਾਹ। ਇੱਥੇ ਇੱਕ ਮਾਈ ਬਿਰਧ ਅਵਸਥਾ ਦੇ ਵਿੱਚ, ਜਿਹਦੇ ਘਰ ਕਹਿੰਦੇ ਖਾਣ ਨੂੰ ਆਟਾ ਨਹੀਂ ਸੀ, ਪਹਿਨਣ ਨੂੰ ਕੱਪੜਾ ਨਹੀਂ ਸੀ, ਬਹੁਤ ਗਰੀਬ ਸੀ। ਔਰ ਉਸ ਗਰੀਬ ਬਿਰਧਾ ਮਾਈ ਨੂੰ ਮਨ ਦੇ ਵਿੱਚ ਚਾਹ ਪੈਦਾ ਹੋਇਆ, ਸ਼ਰਧਾ ਪੈਦਾ ਹੋਈ ਕਿ ਮੈਂ ਆਪਣੇ ਹੱਥੀਂ ਸਤਿਗੁਰਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ, ਗੁਰੂ ਹਰਿਰਾਏ ਸਾਹਿਬ ਜੀ ਨੂੰ। ਉਦਮ ਕੀਤਾ, ਦੂਸਰੇ ਲੋਕਾਂ ਦੇ ਘਰ ਭਾਂਡੇ ਮਾਂਜਦੀ ਸੀ, ਲੋਕਾਂ ਦੇ ਕੱਪੜੇ ਧੋਣੇ, ਝਾੜੂ ਪੋਚਾ ਕਰਨਾ। ਬਹੁਤ ਗਰੀਬੀ ਸੀ ਘਰ ਦੇ ਵਿੱਚ। ਮਿਹਨਤ ਮਜ਼ਦੂਰੀ ਕਰਕੇ ਉਸ ਮਾਈ ਨੇ ਇੰਨੇ ਕੁ ਪੈਸੇ ਕਮਾ ਲਏ ਵੀ 2 ਰੋਟੀਆਂ ਜੋਗਾ ਆਟਾ ਆ ਜਾਵੇ। 2 ਰੋਟੀਆਂ ਦਾ ਆਟਾ, ਥੋੜ੍ਹਾ ਜਿਹਾ ਥਿੰਦਾ ਘਿਓ ਲਿਆ ਕੇ 2 ਪ੍ਰਸ਼ਾਦੇ ਬਣਾਏ, ਘਿਓ ਦੇ ਨਾਲ ਚੋਪੜ ਕੇ। ਦਾਲ ਸਬਜ਼ੀ ਕੋਈ ਬਣੀ ਕੋਈ ਨਹੀਂ ਮਾਈ ਕੋਲੋਂ, ਤੇ ਲੂਣ ਲੈ ਕੇ ਨਾ ਥੋੜ੍ਹਾ ਜਿਹਾ ਪ੍ਰਸ਼ਾਦਿਆਂ ਨੂੰ ਨਮਕ ਲਾ ਕੇ ਤੇ ਤੁਰ ਪਈ ਵੀ ਚਲੋ ਗਰੀਬ ਦਾਵੇ ਦਾ ਪ੍ਰਸ਼ਾਦਾ ਹੈ, ਆਪਣੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਛਕਾ ਦਿਓ। ਜਦੋਂ ਗੁਰੂ ਹਰਿਰਾਏ ਸਾਹਿਬ ਜੀ ਦੇ ਵੱਲ ਪ੍ਰਸ਼ਾਦੇ ਲੈ ਕੇ ਤੁਰੀ, ਦੁਪਹਿਰ ਢਲ ਗਈ ਸੀ। ਸਤਿਗੁਰੂ ਹਰਿਰਾਏ ਸਾਹਿਬ 2200 ਘੋੜ ਸਵਾਰਾਂ ਨੂੰ ਲੈ ਕੇ, ਨਿਸ਼ਾਨ ਨਗਾਰੇ ਲੈ ਕੇ, ਬੜੀ ਸ਼ਾਨ ਦੇ ਨਾਲ ਘੋੜੇ 'ਤੇ ਸਵਾਰ ਹੋ ਕੇ ਸ਼ਿਕਾਰ ਨੂੰ ਨਿਕਲੇ। ਸਤਿਗੁਰੂ ਜਦੋਂ ਸ਼ਿਕਾਰ ਨੂੰ ਨਿਕਲੇ ਤੇ ਮਾਈ ਦੀ ਨਿਗਾਹ ਪਈ ਵੀ ਜਿਹੜੀ ਗਲੀ 'ਚ ਮਾਈ ਖੜੀ ਸੀ, ਜਾ ਰਹੀ ਸੀ, ਉਸੇ ਗਲੀ 'ਚ ਗੁਰੂ ਸਾਹਿਬ ਆ ਰਹੇ ਸਨ, 7ਵੇਂ ਪਾਤਸ਼ਾਹ। ਮਨ 'ਚ ਸੋਚਣ ਲੱਗ ਪਈ, ਉਦਾਸ ਹੋ ਗਈ, ਨਮੋਸ਼ੀ ਆ ਗਈ। ਮੈਂ ਅਭਾਗਣ ਹਾਂ, ਮੇਰੇ ਕਰਮ ਮਾੜੇ ਹਨ, ਮੈਂ ਗਰੀਬਣੀ ਗੁਰੂ ਸਾਹਿਬ ਨੂੰ 2 ਪ੍ਰਸ਼ਾਦੇ ਵੀ ਨਹੀਂ ਛਕਾ ਸਕਦੀ। ਜੇ ਕਿਤੇ ਬੈਠੇ ਹੁੰਦੇ ਮਹਾਰਾਜ ਦੀਵਾਨ ਵਿੱਚ ਜਾਂ ਘਰ ਵਿੱਚ, ਤੇ ਜਾ ਕੇ ਕਹਿ ਦੇਣਾ ਸੀ, ਮਹਾਰਾਜ ਆ ਗਰੀਬਣੀ ਦੀ ਭੇਟਾ, 2 ਪ੍ਰਸ਼ਾਦੇ ਛਕ ਲਓ। ਮਹਾਰਾਜ ਤਾਂ ਚੜ੍ਹ ਕੇ ਘੋੜੇ 'ਤੇ ਚੱਲੇ ਨੇ, ਹੁਣ ਇਹਨਾਂ ਨੂੰ ਮੈਂ ਪ੍ਰਸ਼ਾਦੇ ਕਿਵੇਂ ਛਕਾਵਾਂਗੀ। ਉਹ ਬਿਰਧਾ, ਉਹ ਗਰੀਬਣੀ, ਉਹ ਸ਼ਰਧਾਲੂ ਮਾਈ ਘੋੜੇ 'ਤੇ ਚੜ੍ਹੇ ਹੋਏ ਸਤਿਗੁਰਾਂ ਦਾ ਜਾਹੋ ਜਲਾਲ ਵੇਖ ਕੇ ਗਲੀ ਦੇ ਇੱਕ ਖੁੰਝੇ 'ਚ ਲੱਗ ਗਈ। ਆਪਣੀ ਕਿਸਮਤ ਨੂੰ ਕੋਸਣ ਲੱਗ ਪਈ ਕਿ ਮੇਰੀ ਕਿਸਮਤ 'ਚ ਗੁਰੂ ਦੀ ਸੇਵਾ ਨਹੀਂ। ਮਹਾਰਾਜ ਉਸੇ ਤਰ੍ਹਾਂ ਘੋੜੇ 'ਤੇ ਚੜ੍ਹੇ ਗਲੀ ਦੇ ਵਿੱਚ ਤੁਰੇ ਜਾਂਦੇ ਨੇ। ਨਾਲ 2200 ਫੌਜ ਹੈ ਗੁਰੂ ਦੀ, ਨਗਾਰੇ ਵੱਜ ਰਹੇ ਨੇ, ਨਿਸ਼ਾਨ ਸਾਹਿਬ ਝੂਲ ਰਹੇ ਨੇ, ਸ਼ਾਹੀ ਠਾਠ ਹੈ ਪਾਤਸ਼ਾਹ ਦੇ ਪਾਤਸ਼ਾਹ ਦਾ। ਜਦੋਂ ਮਾਈ ਦੇ ਬਰਾਬਰ ਆਏ, ਘੋੜੇ ਦੀਆਂ ਵਾਗਾਂ ਖਿੱਚ ਲਈਆਂ, ਘੋੜਾ ਰੋਕ ਲਿਆ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਵਿੱਚ ਲਿਖਿਆ ਹੈ, ਫੇਰ ਤੁਰੰਗ ਨਿਕਟ ਤਿਸ ਗਮ ਨੇ। ਤੁਰੰਗ ਕਹਿੰਦੇ ਨੇ ਘੋੜੇ ਨੂੰ। ਘੋੜਾ ਮੋੜ ਕੇ ਮਾਈ ਦੇ ਕੋਲ ਚਲੇ ਗਏ ਸਤਿਗੁਰੂ ਹਰਿਰਾਏ ਸਾਹਿਬ। ਫੇਰ ਤੁਰੰਗ ਨਿਕਟ ਤਿਸ ਗਮ ਨੇ, ਅੰਤਰਜਾਮੀ ਕਰਿਓ ਉਚਾਰ। ਤੇ ਅੰਤਰਜਾਮੀ ਪਾਤਸ਼ਾਹ ਬੋਲੇ, ਹਮਕੋ ਛੁਦਾ ਲਗੀ ਦਿਓ ਮਾਈ, ਤਿਆਰ ਆਹਾਰ ਜੋ ਤੈ ਕਰ ਧਾਰ। ਮਾਈ ਸਾਨੂੰ ਬੜੀ ਭੁੱਖ ਲੱਗੀ ਹੈ, ਤੇਰੇ ਹੱਥ ਜੋ ਰੋਟੀ ਪ੍ਰਸ਼ਾਦਾ ਸਾਨੂੰ ਦੇ ਦੇ, ਅਸੀਂ ਖਾ ਲਈਏ। ਉਹ ਮਾਈ ਬਿਸਮਾਦ ਵਿੱਚ ਆ ਗਈ, ਕੰਬਦੇ ਹੱਥਾਂ ਨਾਲ। ਇੱਕ ਰੁਮਾਲ ਵਿੱਚ 2 ਰੋਟੀਆਂ ਲਪੇਟੀਆਂ ਸੀ, ਅੱਗੇ ਕੀਤੀਆਂ। ਘੋੜੇ 'ਤੇ ਚੜ੍ਹੇ ਪਾਤਸ਼ਾਹ ਪ੍ਰਸ਼ਾਦੇ ਲੈ ਕੇ ਹੱਥ ਵੀ ਨਹੀਂ ਧੋਏ ਤੇ ਉਸੇ ਤਰ੍ਹਾਂ ਹੀ ਛਕਣ ਲੱਗ ਪਏ। ਘੋੜੇ ਤੇ ਚੜ੍ਹਿਆਂ ਨੇ 2 ਪ੍ਰਸ਼ਾਦੇ ਛਕ ਕੇ ਬੜੇ ਆਨੰਦ, ਬੜੇ ਸਵਾਦ ਨਾਲ ਮਾਈ ਵੱਲ ਮਿਹਰ ਦੀ ਦ੍ਰਿਸ਼ਟੀ ਪਾਈ। ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ, ਜਿਨ ਕਉ ਨਦਰ ਕਰਮ ਤਿਨ ਕਾਰ। ਨਾਨਕ ਨਦਰੀ ਨਦਰ ਨਿਹਾਲ ਕਰ ਦਿੱਤਾ।
ਘੋੜਾ ਤੋਰ ਕੇ ਸ਼ਿਕਾਰ ਖੇਡਣ ਚਲੇ ਗਏ। ਨਾਲ ਜਿਹੜੇ ਸਿੱਖ ਸਨ, ਸੇਵਾਦਾਰ ਸਨ, ਗੁਰੂ ਦੀ ਫੌਜ ਸੀ, ਸ਼ਸਤਰਧਾਰੀ ਜਵਾਨ ਘੋੜਸਵਾਰ, ਸਾਰੇ ਹੈਰਾਨ ਹੋ ਗਏ। ਉਹਨਾਂ ਦੇ ਮਨ ਵਿੱਚ ਖਿਆਲ ਆ ਗਿਆ ਕਿ ਗੁਰੂ ਸਾਹਿਬ ਘੋੜੇ 'ਤੇ ਚੜ੍ਹਦੇ ਨੇ, ਘੋੜੇ 'ਤੇ ਚੜ੍ਹਦਿਆਂ ਭੁੱਖ ਲੱਗ ਜਾਂਦੀ ਹੈ। ਜਿਨ੍ਹਾਂ ਨੂੰ ਘੋੜੇ ਚੜ੍ਹਨ ਦਾ ਤਜਰਬਾ, ਅਭਿਆਸ ਹੈ, ਉਹਨਾਂ ਨੂੰ ਪਤਾ ਹੈ ਵੀ ਘੋੜੇ 'ਤੇ ਭੁੱਖ ਛੇਤੀ ਲੱਗਦੀ, ਹਾਜ਼ਮਾ ਤੇਜ਼ ਹੋ ਜਾਂਦਾ। ਘੋੜ ਸਵਾਰਾਂ ਨੂੰ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਕੁਝ ਨਾ ਕੁਝ ਖਾਣਾ ਵੀ ਪੈਂਦਾ। ਅਤੇ ਗੁਰੂ ਸਾਹਿਬ ਜਵਾਨੀ ਦੀ ਉਮਰ ਹੈ, ਇੱਕ ਜਵਾਨੀ ਦੀ ਉਮਰ ਹੋਵੇ, ਇੱਕ ਘੋੜ ਸਵਾਰੀ ਹੋਵੇ, ਜਾਂ ਸਿਆਲ ਦੇ ਦਿਨ ਹੋਣ, ਭੁੱਖ ਵੱਧਦੀ ਹੈ। ਇਹ ਵਿਦਵਾਨਾਂ ਨੇ ਕਥਨ ਕੀਤਾ ਹੈ, ਬਹੁਤ ਕੁਝ ਗ੍ਰੰਥਾਂ 'ਚ ਲਿਖਿਆ ਹੋਇਆ। ਇੱਕ ਗੁਰੂ ਸਾਹਿਬ ਦੀ ਉਮਰ ਜਵਾਨੀ ਦੀ ਹੈ। ਸਾਧ ਸੰਗਤ ਜੀ, ਗੁਰੂ ਹਰਿਰਾਏ ਸਾਹਿਬ ਦੀ ਸਾਰੀ ਉਮਰ 31 ਸਾਲ ਹੋਈ ਹੈ। 31 ਸਾਲ ਦੀ ਉਮਰ 'ਚ ਮਹਾਰਾਜ ਸੱਚਖੰਡ ਚਲੇ ਗਏ। 14 ਸਾਲ ਦੀ ਉਮਰ 'ਚ ਗੁਰਤਾ ਗੱਦੀ 'ਤੇ ਬਿਰਾਜੇ। 17 ਸਾਲ ਗੁਰਿਆਈ ਗੱਦੀ ਨੂੰ ਸੁਸ਼ੋਭਿਤ ਕੀਤਾ। 31 ਸਾਲ ਦੀ ਉਮਰ ਵਿੱਚ ਸੱਚਖੰਡ ਪਿਆਨਾ ਕੀਤਾ। ਸਤਿਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦੀ ਉਮਰ ਜਵਾਨੀ ਦੀ ਜਾਣ ਕੇ ਅਤੇ ਘੋੜ ਸਵਾਰੀ ਦਾ, ਸਤਿਗੁਰਾਂ ਦਾ ਅਭਿਆਸ ਜਾਣ ਕੇ ਸਿੱਖਾਂ ਨੇ ਆਖਿਆ, ਆਪਾਂ ਨਾ ਗੁਰੂ ਸਾਹਿਬ ਦੇ ਵਾਸਤੇ ਵਧੀਆ ਲੰਗਰ ਬਣਾ ਕੇ ਨਾਲ ਲੈ ਚੱਲਣਾ ਕੱਲ੍ਹ ਨੂੰ। ਸਾਡੇ ਹੁੰਦਿਆਂ ਸਾਡਾ ਗੁਰੂ ਕਿਸੇ ਮਾਈ ਕੋਲੋਂ ਰੋਟੀਆਂ ਮੰਗੇ, ਉਸ ਮਾਈ ਨੇ ਪਤਾ ਨਹੀਂ ਇਸ਼ਨਾਨ ਕੀਤਾ ਸੀ ਕਿ ਨਹੀਂ, ਹੱਥ ਧੋਏ ਸੀ ਕਿ ਨਹੀਂ। ਪਾਤਸ਼ਾਹ ਐਡੇ ਦੀਨ ਦੁਨੀਆ ਦੇ ਮਾਲਕ ਨੇ, ਉਹਨਾਂ ਨੂੰ ਰੋਟੀ ਮੰਗਣੀ ਪੈ ਗਈ ਹੈ। ਸਿੱਖਾਂ ਨੇ ਆਪਣੀ ਬਿਰਤੀ ਨਾਲ ਅੰਦਾਜ਼ਾ ਲਾ ਲਿਆ। ਅਗਲੇ ਦਿਨ ਕਿਸੇ ਨੇ ਖੀਰ, ਕੜਾਹ, ਕਿਸੇ ਨੇ ਪੂੜੀਆਂ, ਵਧੀਆ ਦਾਲਾਂ ਸਬਜ਼ੀਆਂ, ਪ੍ਰਸ਼ਾਦੇ ਅਤੇ ਸਲਾਦ ਵਗੈਰਾ ਅਤੇ ਗੜਵੇ ਬਾਟੇ ਨਾਲ ਘੋੜਿਆਂ 'ਤੇ ਚੜ੍ਹ ਕੇ ਜਦੋਂ ਤੁਰੇ ਨਾ, ਉਹ ਜਿੱਥੇ ਕਿ ਜਿਹੜੇ ਕਿ ਬਾਜ਼ਾਰ 'ਚ ਗੁਰੂ ਸਾਹਿਬ ਨੇ ਮਾਈ ਤੋਂ ਰੋਟੀ ਮੰਗੀ ਸੀ, ਉੱਥੇ ਮਹਾਰਾਜ ਦਾ ਘੋੜਾ ਘੇਰ ਲਿਆ। ਅੱਗੋਂ ਦੀ ਹੋ ਕੇ ਕਹਿੰਦੇ, ਮਹਾਰਾਜ ਸੱਚੇ ਪਾਤਸ਼ਾਹ ਪ੍ਰਸ਼ਾਦਾ ਛਕ ਲਓ। ਲਓ ਮਹਾਰਾਜ, ਹੱਥ ਧੋਵੋ, ਮਹਾਰਾਜ ਆਹ ਲੰਗਰ ਛਕੋ। ਸਤਿਗੁਰੂ ਘੋੜੇ 'ਤੇ ਚੜ੍ਹੇ ਉਹਨਾਂ ਸਿੱਖਾਂ ਵੱਲ ਵੇਖ ਕੇ ਹੈਰਾਨ ਹੋ ਗਏ ਅਤੇ ਹੈਰਾਨੀ ਜੀ ਦੇ ਨਾਲ ਮੁਸਕਰਾ ਕੇ ਹੱਸ ਕੇ ਬੋਲੇ, ਸੁਨ ਸਤਿਗੁਰ ਹਰ ਖਾਏ ਬਖਾਨਿਓ। ਹਰ ਖਾਏ ਮੈਨੇ ਮੁਸਕਰਾ ਕੇ, ਖੁਸ਼ ਹੋ ਕੇ, ਸਮਝ ਗਏ ਭੋਲਿਆਂ ਸਿੱਖਾਂ ਦੀ ਗੱਲ। ਅਤੇ ਹਜ਼ੂਰ ਬੋਲੇ, ਬੇਮਰਯਾਦ ਆਹਾਰ ਤਿਆਰ। ਮਹਾਰਾਜ ਕਹਿੰਦੇ, ਬਿਨਾਂ ਮਰਿਆਦਾ ਦੇ, ਬਿਨਾਂ ਪਵਿੱਤਰਤਾ ਦੇ, ਬਿਨਾਂ ਸੋਚਦੇ, ਚਰੇ ਜਾਤ ਅਬ ਘੋਰੇ ਉੱਪਰ। ਅਸੀਂ ਘੋੜੇ 'ਤੇ ਚੜ੍ਹੇ ਜਾ ਰਹੇ ਹਾਂ। ਕੌਣ ਸਮੋ ਤੁਮ ਕਰਿਓ ਵਿਚਾਰ। ਤੁਸੀਂ ਸਾਡੀ ਰੋਟੀ ਦਾ ਕਿਹੜਾ ਟਾਈਮ ਨਿਯਤ ਕੀਤਾ? ਇਹ ਸਾਡੇ ਪ੍ਰਸ਼ਾਦੇ ਦਾ ਟਾਈਮ ਹੈ। ਸੁੱਚ ਜੁਤ ਹੋਏ ਪੁਨੀਤ ਅਸਨ ਜਬ। ਅਸਨ ਕਹਿੰਦੇ ਨੇ ਖਾਣਾ, ਸੁੱਚ ਕਹਿੰਦੇ ਪਵਿੱਤਰਤਾ ਦੇ ਨਾਲ। ਚੌਂਕੇ 'ਚ ਬਹਿ ਕੇ ਇਸ਼ਨਾਨ ਕਰਕੇ, ਭਾਂਡੇ ਸਾਫ ਸੁਥਰੇ ਹੋਣ, ਹੱਥ ਚੰਗੀ ਤਰ੍ਹਾਂ ਧੋਏ ਹੋਣ, ਵਧੀਆ ਤਰੀਕੇ ਨਾਲ ਬਹਿ ਕੇ ਰੋਟੀ ਖਾਈ ਦੀ ਹੈ ਕਿ ਘੋੜੇ 'ਤੇ ਬੈਠੇ ਰੋਟੀ ਖਾਈ ਦੀ ਹੈ? ਗੁਰੂ ਹਰਿਰਾਏ ਸਾਹਿਬ ਕਹਿੰਦੇ, ਸੁੱਚ ਜੁਤ ਹੋਏ ਪੁਨੀਤ ਅਸਨ ਜਬ, ਉਚਿਤ ਅਚਨ ਕੇ ਤਬ ਨਿਰਧਾਰ। ਤੁਹਾਨੂੰ ਸਿਆਣੇ ਹੋ, ਪਤਾ ਹੋਣਾ ਚਾਹੀਦਾ ਰੋਟੀ ਖਾਣ ਦੀ ਮਰਿਆਦਾ ਕੀ ਹੈ। ਘੋੜੇ 'ਤੇ ਪਰੇ ਕਰੋ ਰੋਟੀ। ਮਹਾਰਾਜ ਘੋੜਾ ਤੋਰ ਲਿਆ। ਉਹ ਸਿੱਖ ਹੈਰਾਨ ਹੋ ਗਏ। ਅਗਲੇ ਦਿਨ ਦੀਵਾਨ ਸਜਿਆ। ਉਹਨਾਂ ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਵਾਜ਼ ਇੱਕ ਗੱਲ ਪੁੱਛਣੀ ਚਾਹੁੰਦੇ ਹਾਂ, ਸ਼ੰਕਾ ਹੈ। ਵਿਦਵਾਨਾਂ ਨੇ ਲਿਖਿਆ, ਜੇ ਸਿੱਖ ਨੂੰ ਕਿਸੇ ਗੱਲ ਦਾ ਸ਼ੰਕਾ ਹੋਵੇ, ਉਹਨੂੰ ਆਪਣੇ ਗੁਰੂ ਕੋਲੋਂ ਨਿਰਵਿਰਤ ਕਰਾ ਲੈਣਾ ਚਾਹੀਦਾ, ਔਰ ਸ਼ੰਕੇ ਨੂੰ ਬਹੁਤਾ ਚਿਰ ਆਪਣੇ ਅੰਦਰ ਨਹੀਂ ਰੱਖਣਾ ਚਾਹੀਦਾ। ਸ਼ੰਕਾ ਨਰਕਾਂ ਨੂੰ ਲੈ ਜਾਂਦਾ, ਔਰ ਗੁਰੂ 'ਤੇ ਤਾਂ ਸ਼ੰਕਾ ਕਰਨਾ ਹੀ ਨਹੀਂ ਚਾਹੀਦਾ।
ਮਹਾਰਾਜ ਆਪ ਕਿਰਪਾ ਕਰਕੇ ਸਾਡੇ ਸ਼ੰਕੇ ਦੀ ਨਿਰਵਿਰਤੀ ਕਰੋ। ਸਤਿਗੁਰੂ ਕਹਿੰਦੇ ਪੁੱਛੋ ਭਾਈ। ਕਹਿੰਦੇ ਜੀ ਪੁੱਛਣਾ ਇਹ ਹੈ ਵੀ ਆਪ ਜੀ ਘੋੜੇ ਤੇ ਚੜ੍ਹੇ ਜਾ ਰਹੇ ਸੀ, ਬਾਜ਼ਾਰ ਦੇ ਵਿੱਚ ਇੱਕ ਖੁੰਝੇ ਮੈਲੇ ਜਿਹੇ ਕੱਪੜਿਆਂ ਵਾਲੀ ਮਾਈ ਖੜੀ ਸੀ। ਪਤਾ ਨਹੀਂ ਉਹ ਇਸ਼ਨਾਨ ਉਹਨੇ ਕੀਤਾ ਸੀ ਕਿ ਨਹੀਂ। ਉਹਦੇ ਕੱਪੜੇ ਦੱਸ ਰਹੇ ਸਨ, ਉਹ ਬੜੀ ਗਰੀਬਣੀ ਸੀ। ਉਹਦੇ ਹੱਥ ਵਿੱਚ 2 ਰੋਟੀਆਂ ਉਹਨੇ ਪਤਾ ਨਹੀਂ ਕਿਹਦੇ ਵਾਸਤੇ ਪਕਾਈਆਂ ਸੀ। ਤੇ ਤੁਸੀਂ ਉਹਦੇ ਕੋਲ ਚਲੇ ਗਏ ਤੇ ਆਪ ਜੀ ਨੇ ਆਖਿਆ ਵੀ ਮੈਨੂੰ ਭੁੱਖ ਬੜੀ ਲੱਗੀ, ਮਾਈ ਰੋਟੀ ਦੇ ਦੇ। ਉਸ ਮਾਈ ਦੇ ਹੱਥ ਦੀ ਰੁੱਖੀ ਰੋਟੀ, ਬਿਨਾਂ ਸਬਜ਼ੀ, ਬਿਨਾਂ ਦਾਲ, ਬਿਨਾਂ ਹੱਥ ਧੋਇਆ, ਬਿਨਾਂ ਪੈਰਾਂ 'ਚੋਂ ਜੁੱਤੀ ਲਾਇਆ, ਬਿਨਾਂ ਘੋੜੇ ਤੋਂ ਉਤਰਿਆ, ਤੁਸੀਂ ਘੋੜੇ ਤੇ ਬੈਠੇ ਬੈਠੇ ਖਾ ਲਈ। ਅਸੀਂ ਸੋਚਿਆ ਗਰੀਬ ਨਵਾਜ਼ ਨੂੰ ਭੁੱਖ ਲੱਗ ਜਾਂਦੀ ਹੈ, ਵਧੀਆ ਭੋਜਨ ਬਣਾ ਕੇ ਲੈ ਗਏ ਤੇ ਸਾਡੇ ਬਣਾਏ ਹੋਏ ਪਵਿੱਤਰ ਸੁੱਚੇ ਭੋਜਨ ਨੂੰ ਤੁਸੀਂ ਕਹਿ ਦਿੱਤਾ ਵੀ ਇਹ ਮਰਿਆਦਾ ਦੇ ਉਲਟ ਹੈ। ਇੱਦਾਂ ਨਹੀਂ ਲੰਗਰ ਛਕੀਦਾ ਘੋੜੇ ਤੇ ਬੈਠੇ ਬੈਠੇ। ਮਹਾਰਾਜ ਸਾਨੂੰ ਸਮਝ ਨਹੀਂ ਆਈ ਕਿ ਮਾਈ ਦਾ ਲੰਗਰ ਘੋੜੇ ਤੇ ਬੈਠੇ ਬੈਠੇ ਕਿਉਂ ਖਾ ਲਿਆ ਜੇ ਸਾਡਾ ਲੰਗਰ ਨਹੀਂ ਸੀ ਖਾਣਾ। ਤੇ ਪਾਤਸ਼ਾਹ ਕਹਿਣ ਲੱਗੇ ਉਹ ਗੁਰਮੁਖੋ, ਉਹ ਤਾਂ ਪ੍ਰੇਮ ਦੀ ਖੇਡ ਹੈ। ਜਿੱਥੇ ਪ੍ਰੇਮ ਹੁੰਦਾ ਉਥੇ ਨੇਮ ਨਹੀਂ ਹੁੰਦਾ। ਪ੍ਰੇਮ ਤਹਾਂ ਨੇਮ ਕੈਸੋ ਸੁੰਦਰ ਕਹਿਤ ਯਹ ਪ੍ਰੇਮ ਹੀ ਕੀ ਬਾਤ ਹੈ। ਸੁੰਦਰ ਬਿਲਾਸ ਦੇ ਲਿਖਾਰੀ ਸੰਤ ਸੁੰਦਰਦਾਸ ਜੀ ਬਹੁਤ ਵਿਦਵਾਨ ਹੋਏ ਨੇ। ਉਹ ਕਹਿੰਦੇ ਜਿੱਥੇ ਪ੍ਰੇਮ ਹੈ ਨਾ ਉਥੇ ਨੇਮ ਨਹੀਂ। ਪ੍ਰੇਮ ਦੀ ਖੇਡ ਪਰੇ ਹੈ, ਪਰ ਨੇਮ ਮਰਿਆਦਾ ਆਪਣੀ ਥਾਂ ਤੇ ਹੈ, ਜ਼ਰੂਰੀ ਹੈ। ਉਹ ਵੀ ਮਰਿਆਦਾ ਵੀ ਨਹੀਂ ਛੱਡਣੀ, ਅਸੀਂ ਮਰਿਆਦਾ ਦਾ ਵੀ ਉਲੰਘਣ ਨਹੀਂ ਕਰਨਾ। ਥਾਂ ਥਾਂ ਤੇ ਨਹੀਂ ਅਸੀਂ ਖਾਈ ਜਾਣਾ, ਪਰ ਉੱਥੇ ਪਿਆਰ ਸੀਗਾ। ਜਿੱਥੇ ਪਿਆਰ ਹੈ ਉੱਥੇ ਮਰਿਆਦਾ ਥੱਲੇ ਰਹਿ ਜਾਂਦੀ ਹੈ ਤੇ ਗੱਲ ਉੱਤੇ ਚਲੀ ਜਾਂਦੀ ਹੈ। ਸਤਿਗੁਰੂ ਨੇ ਆਪਣੇ ਪਿਆਰਿਆਂ ਨੂੰ ਇੰਨਾ ਪਿਆਰ ਕੀਤਾ ਕਿ ਉਹਨਾਂ ਦੇ ਹੱਥ ਦੀਆਂ ਰੋਟੀਆਂ ਰੁੱਖੀਆਂ ਵੀ ਬੜੇ ਆਨੰਦ ਨਾਲ ਖਾ ਲਈਆਂ। ਤੇ ਪਰ ਜਿੱਥੇ ਸਾਧ ਸੰਗਤ ਜੀ ਪਿਆਰ ਨਹੀਂ ਹੈ, ਵਿਖਾਵਾ ਹੀ ਹੈ, ਉੱਥੇ ਸੱਚੇ ਪਾਤਸ਼ਾਹ ਰੀਝੇ ਨਹੀਂ ਹਨ। ਅੱਜ ਕਲਗੀਧਰ ਪਾਤਸ਼ਾਹ ਦੀ ਬਾਣੀ ਸੁਣ ਰਹੇ ਹੋ। ਗੁਰੂ ਕਲਗੀਧਰ ਨਾਲ ਪਿਆਰ ਪਾਓ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਡਾਕਟਰ ਬਹੁਤ ਸੁੰਦਰ ਬਚਨ ਲਿਖਦੇ ਨੇ। ਉਹ ਕਹਿੰਦੇ ਕਲਗੀਆਂ ਵਾਲੇ ਨਾਲ ਪਿਆਰ ਕਰਨ ਦਾ ਇੱਕ ਤਰੀਕਾ ਇਹ ਵੀ ਹੈ ਕਿ ਅਸੀਂ ਉਹਨਾਂ ਦੀ ਬਾਣੀ ਨੂੰ ਪਿਆਰ ਕਰੀਏ। ਇਹ ਭਾਈ ਵੀਰ ਸਿੰਘ ਦੀ ਵਰਡਿੰਗ ਹੈ, ਸੇਮ ਟੂ ਸੇਮ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਕਲਗੀਆਂ ਵਾਲੇ ਪਾਤਸ਼ਾਹ ਨਾਲ ਪਿਆਰ ਕਰਨ ਦਾ ਇੱਕ ਤਰੀਕਾ ਇਹ ਵੀ ਹੈ ਕਿ ਤੁਸੀਂ ਉਹਨਾਂ ਦੀ ਬਾਣੀ ਨਾਲ ਪਿਆਰ ਕਰੋ। ਜੇ ਇਹਨਾਂ ਦੀ ਬਾਣੀ ਨੂੰ ਪਿਆਰ ਕਰੋਗੇ ਕਲਗੀਧਰ ਦੇ ਨਾਲ ਤੁਹਾਡਾ ਪਿਆਰ ਪੈ ਜਾਏਗਾ। ਅੱਜ ਕਲਗੀਧਰ ਦੇ ਵਿਚਾਰ ਦੇਖਣੇ ਨੇ, ਕਲਗੀਧਰ ਦੀ ਗੱਲ ਸੁਣਨੀ, ਕਿੱਥੋਂ ਸੁਣੋਗੇ? ਉਹਨਾਂ ਦੀ ਬਾਣੀ 'ਚੋਂ ਹੀ। ਉਹਨਾਂ ਦੇ ਵਿਚਾਰ ਕੀ ਸਨ, ਉਹਨਾਂ ਦੀ ਥਿੰਕਿੰਗ ਕੀ ਸੀ, ਉਹਨਾਂ ਦੀ ਸੋਚ ਕੀ ਸੀ, ਇਹ ਤਾਂ ਗੁਰੂ ਕੀ ਬਾਣੀ ਦੱਸੇਗੀ। ਬਾਜਾਂ ਵਾਲਾ ਪਾਤਸ਼ਾਹ ਜਿਸ ਨੇ ਆਪਣਾ ਪਰਿਵਾਰ ਵਾਰ ਕੇ ਸਾਡੇ ਵੱਲ ਹੱਥ ਕੀਤਾ ਤੇ ਆਖਿਆ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸਾਨੂੰ ਆਪਣਾ ਪੁੱਤਰ ਬਣਾਇਆ। ਅੱਜ ਅਸੀਂ ਉਸ ਬਾਜਾਂ ਵਾਲੇ ਪਾਤਸ਼ਾਹ ਦੀ ਬਾਣੀ ਛੱਡ ਦਿੱਤੀ, ਫਿਰ ਸਾਡਾ ਪਿਆਰ ਕਾਹਦਾ ਹੈ? ਪਿਆਰ ਕਲਗੀਧਰ ਪਿਤਾ ਮਹਾਰਾਜ ਦੀ ਬਾਣੀ ਨਾਲ ਕਰੀਏ। ਇਹ ਹਜ਼ੂਰ ਦਸਮ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਸਵਈਏ ਸੁਣੋ। ਪਹਿਲਾ ਸਵਈਆ ਸੀ ਜਿਹੜਾ ਆਪਾਂ ਸੁਣਿਆ, ਰਾਤੀ ਜਾਗਤ ਜੋਤ ਜਪੈ ਨਿਸਬਾਸਰ। ਉਹ ਅਕਾਲ ਪੁਰਖ ਦੀ ਜਾਗਦੀ ਜੋਤ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਜਿਹੜੀ ਸਾਡੇ ਅੰਦਰ ਵਰਤ ਰਹੀ ਹੈ। ਆਹ ਸਾਰਾ ਸੰਸਾਰ ਉਹਦੀ ਜੋਤ ਦਾ ਪ੍ਰਕਾਸ਼ ਹੈ। ਜਿਹਦੀ ਜੋਤ ਸੂਰਜ ਵਿੱਚ ਹੈ, ਜਿਹਦੀ ਜੋਤ ਚੰਦਰਮਾ ਵਿੱਚ ਹੈ, ਜਿਹਦੀ ਜੋਤ ਤਾਰਿਆਂ ਵਿੱਚ ਹੈ, ਜਿਹਦੀ ਜੋਤ ਅਗਨੀ ਵਿੱਚ ਹੈ, ਜਿਹਦੀ ਜੋਤ ਪਾਣੀ ਵਿੱਚ ਹੈ, ਜਿਹਦੀ ਜੋਤ ਹਵਾ ਵਿੱਚ ਹੈ, ਜਿਹਦੀ ਜੋਤ ਧਰਤੀ ਵਿੱਚ ਤੇ ਆਕਾਸ਼ ਵਿੱਚ ਹੈ, ਉਸ ਮਹਾ ਅਕਾਲ ਪੁਰਖ ਵਾਹਿਗੁਰੂ ਦੀ ਜਾਗਦੀ ਜੋਤ ਨੂੰ ਜਪਣਾ ਸ਼ੁਰੂ ਕਰ ਦਿਓ। ਵਾਹਿਗੁਰੂ 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 ਵਾਹਿਗੁਰੂ। ਤੁਹਾਡੀ ਗੱਲ ਬਣ ਜਾਏਗੀ, ਜੀਵਨ ਸਫਲ ਹੋ ਜਾਏਗਾ, ਮਨੁੱਖਾ ਜੀਵਨ ਦੀ ਬਾਜੀ ਜਿੱਤ ਜਾਓਗੇ।
ਹੁਣ ਸਿੱਖਾਂ ਨੇ ਪੁੱਛਿਆ, ਮਹਾਰਾਜ ਜਿਹੜੀ ਜਾਗਦੀ ਜੋਤ ਨੂੰ ਤੁਸੀਂ ਜਪਣ ਵਾਸਤੇ ਕਹਿੰਦੇ ਹੋ ਉਹਦਾ ਸਰੂਪ ਕੈਸਾ ਹੈ? ਤਾਂ ਹਜੂਰ ਇਸ ਸਵਈਏ ਵਿੱਚ ਇਹ ਦੱਸ ਰਹੇ ਨੇ ਉਹ ਸਰੂਪ ਕੀ ਹੈ, ਕਿੱਦਾਂ ਦਾ ਹੈ। ਸਾਧ ਸੰਗਤ ਜੀ, ਬਹੁਤ ਸੂਖਮ ਬਾਣੀ ਦੀ ਵਿਚਾਰ ਹੈ। ਇਸ ਕਰਕੇ ਆਪਣੀ ਸੁਰਤੀ ਨੂੰ ਹੋਰ ਸੂਖਮ ਕਰਨ ਵਾਸਤੇ ਨਾਮ ਅਭਿਆਸ ਸ਼ੁਰੂ ਕਰ ਦਿਓ। ਮਨ ਵਿੱਚ ਰਸਨਾ ਕਰਕੇ, ਸਵਾਸਾਂ ਕਰਕੇ, ਸੁਰਤੀ ਕਰਕੇ ਵਾਹਿਗੁਰੂ 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 ਜਪੀਏ। ਕੰਨਾਂ ਨਾਲ ਬਾਣੀ ਸੁਣੀਏ, ਕਥਾ ਵਿਚਾਰ। ਸਾਰੀ ਸੰਗਤ ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਵਾਜ਼ ਘੱਟ ਆਈ, ਆਖੋ ਸਤਨਾਮ ਵਾਹਿਗੁਰੂ ਸਾਹਿਬ ਜੀ। ਸਤ ਸਦੈਵ ਸਰੂਪ ਸਤ ਬ੍ਰਤ। ਮਹਾਰਾਜ ਕਹਿੰਦੇ ਉਹ ਪਰਮਾਤਮਾ ਸਦੀ ਵੀ ਸੱਚ ਹੈ। ਸਤ ਸਦੈਵ। ਖਾਲਸਾ ਜੀ, ਆਪਾਂ ਸੱਚ ਕੀ ਸਮਝਦੇ ਹਾਂ? ਆਪਣੀ ਜਿੰਨੀ ਕੁ ਬੁੱਧੀ ਆ ਆਪਾਂ ਸੱਚ ਦੇ ਉਨੇ ਕੀ ਅਰਥ ਕਰਦੇ ਹਾਂ। ਆਪਾਂ ਪਤਾ ਕੀ ਸੱਚ ਦੇ ਅਰਥ ਕਰਦੇ ਹਾਂ? ਬੋਲਣ ਵਾਲਾ ਸੱਚ। ਬਸ ਸਾਡੀ ਇੰਨੀ ਕੁ ਬੁੱਧੀ ਹੈ। ਪਿਓ ਆਪਣੇ ਪੁੱਤਰ ਨੂੰ ਕਹੇਗਾ, ਕਾਕਾ ਸੱਚ ਬਸ ਦੱਸੀ, ਸੱਚ ਸੱਚ ਬੋਲ। ਅਫਸਰ ਆਪਣੇ ਜੂਨੀਅਰ ਨੂੰ ਕਹਿ ਦੇਗਾ ਤੂੰ ਸੱਚ ਬੋਲ। ਘਰ ਵਾਲਾ ਘਰ ਵਾਲੀ ਨੂੰ ਕਹਿ ਦੇਗਾ ਸੱਚ ਬੋਲ। ਜਿਹੜੇ ਬੰਦੇ ਤੋਂ ਕੋਈ ਗੱਲ ਪੁੱਛਣੀ ਹੈ, ਸੱਚ ਦੱਸ। ਅਗਲਾ 16 ਆਨੇ ਸੱਚ ਦੱਸ ਦਿੰਦਾ, ਫਿਰ ਵੀ ਸਾਡਾ ਵਿਸ਼ਵਾਸ ਕੋਈ ਨਹੀਂ ਬਣਦਾ ਵੀ ਇਹਨੇ ਸੱਚ ਦੱਸਿਆ ਕਿ ਨਹੀਂ ਦੱਸਿਆ। ਪਤਾ ਨਹੀਂ ਸੱਚ ਬੋਲਿਆ ਕਿ ਝੂਠ ਹੀ ਬੋਲ ਗਿਆ। ਖਾਲਸਾ ਜੀ, ਇਹ ਜਿਹੜਾ ਸੱਚ ਹੈ ਨਾ, ਇਹ ਸੱਚ ਥੱਲੇ ਵਾਲੀ ਗੱਲ ਹੈ, ਥੋੜ੍ਹੀ ਹੈ ਤਾਂ ਇਹ ਸੱਚ, ਪਰ ਇੰਨਾ ਹੀ ਸੱਚ ਨਹੀਂ ਹੁੰਦਾ। ਬੋਲਣ ਵਾਲਾ ਹੀ ਸੱਚ ਨਹੀਂ ਹੁੰਦਾ। ਸੱਚ ਬੜਾ ਮਹਾਨ ਤੇ ਵੱਡਾ ਤੇ ਉੱਚਾ ਹੈ। ਇਹਦਾ ਅਰਥ ਇਹ ਨਾ ਸਮਝ ਲੈਣਾ ਵੀ ਸੱਚ ਬੋਲਣਾ ਛੱਡ ਦੇਣਾ। ਸੱਚ ਬੋਲਣਾ ਬਹੁਤ ਜ਼ਰੂਰੀ ਹੈ। ਸੱਚ ਬੋਲਣ ਨਾਲ ਸੱਚ ਦੀ ਪ੍ਰਾਪਤੀ ਹੁੰਦੀ ਹੈ। ਪਰ ਜਿਹੜਾ ਬਾਣੀ 'ਚ ਸੱਚ ਆਇਆ ਨਾ, ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਉਹ ਬੜਾ ਮਹਾਨ ਵੱਡਾ ਸੱਚ ਹੈ। ਇਹਦਾ ਰਾਤੀ ਵੀ ਵਿਚਾਰ ਹੋਈ ਸੀ ਵੀ ਜੋ ਆਪਾਂ ਦੇਖ ਰਹੇ ਹਾਂ ਇਹ ਸਦੀਵੀ ਸੱਚ ਨਹੀਂ ਹੈ, ਇਹ ਬਨਾਵਟੀ ਹੈ। ਝੂਠੀਆਂ ਚੀਜ਼ਾਂ ਬਾਰੇ ਜੇ ਕੋਈ ਜਾਣਕਾਰੀ ਦਿਆਂਗੇ, ਉਹ ਜਾਣਕਾਰੀ ਵੀ ਝੂਠੀ ਹੀ ਹੋਏਗੀ। ਆਖੋ ਸ੍ਰੀ ਵਾਹਿਗੁਰੂ। ਸੂਖਮ ਵਿਚਾਰ ਹੈ ਥੋੜ੍ਹੀ ਜਿਹੀ। ਅਸੀਂ ਕਿਸੇ ਚੀਜ਼ ਦੇ ਬਾਰੇ ਸੱਚੀ ਜਾਣਕਾਰੀ ਦੇ ਰਹੇ ਹਾਂ, ਪਰ ਉਹ ਚੀਜ਼ ਝੂਠੀ ਹੈ, ਬਨਾਵਟੀ ਹੈ, ਨਾਸ਼ਵਾਨ ਹੈ, ਖਤਮ ਹੋਣ ਵਾਲੀ ਹੈ, ਵਿਨਾਸ਼ਵਾਨ ਹੈ। ਫਿਰ ਉਹਦੀ ਜਾਣਕਾਰੀ ਕਿਵੇਂ ਸੱਚੀ ਹੋ ਗਈ? ਜਦੋਂ ਸਾਰਾ ਪ੍ਰਪੰਚ ਹੀ ਅਸਤ ਹੈ, ਨਾਸ਼ਵਾਨ ਹੈ, ਬਿਨਸਣ ਵਾਲਾ ਹੈ, ਧਰਤੀ ਆਕਾਸ਼ ਸਭ ਖਤਮ ਹੋਣ ਵਾਲੇ ਨੇ, ਇਹਨਾਂ ਦੀ ਜਾਣਕਾਰੀ ਕਦੀ ਸੱਚੀ ਹੋ ਨਹੀਂ ਸਕਦੀ। ਇਸੇ ਕਰਕੇ ਅੱਜ ਜਿਹੜੇ ਸਾਇੰਸ ਦੀ ਵਿੱਦਿਆ ਪੜ੍ਹਦੇ ਨੇ, ਵਿਗਿਆਨ ਪੜ੍ਹਦੇ ਨੇ, ਭੌਤਿਕ ਵਿਗਿਆਨ, ਉਹਨਾਂ ਨੂੰ ਪਤਾ ਹੈ 40-50 ਸਾਲ ਬਾਅਦ ਸਾਇੰਸਦਾਨਾਂ ਦੀ ਥਿਊਰੀ ਬਦਲ ਜਾਂਦੀ ਹੈ। 50 ਸਾਲ ਪਹਿਲਾਂ ਸਾਇੰਸਦਾਨ ਕੁਝ ਬੋਲਦੇ ਨੇ, 50 ਸਾਲ ਬਾਅਦ ਕਹਿੰਦੇ ਨਹੀਂ ਅਜੇ ਨਵੀਂ ਹੋਰ ਖੋਜ ਨਿਕਲ ਆਈ ਹੈ, ਉਹ ਗੱਲ ਨਹੀਂ, ਗੱਲ ਕੋਈ ਹੋਰ ਹੀ ਹੈ। ਹੋਰ 50 ਸਾਲ ਲੰਘਦੇ ਨੇ, ਫਿਰ ਕਹਿੰਦੇ ਨਹੀਂ ਇਹ ਵੀ ਨਹੀਂ, ਗੱਲ ਕੁਝ ਹੋਰ ਹੀ ਹੈ। ਪਿਛਲੀ ਥਿਊਰੀ ਨੂੰ ਰੱਦ ਕਰਕੇ ਨਵੀਂ ਥਿਊਰੀ ਮੰਨਣੀ ਪੈਂਦੀ ਹੈ। ਕਾਰਨ ਜਿਹੜੀ ਚੀਜ਼ ਬਾਰੇ ਉਹ ਬੋਲਦੇ ਨੇ ਉਹ ਚੀਜ਼ ਹੀ ਝੂਠੀ ਹੁੰਦੀ ਹੈ। ਧਰਤ ਆਕਾਸ਼ ਪਤਾਲ ਹੈ, ਚੰਦ ਸੂਰ ਬਿਨਾਸੀ। ਬਿਨਸਣ ਵਾਲੀਆਂ ਚੀਜ਼ਾਂ ਨੇ, ਜਿਹੜੀਆਂ ਚੀਜ਼ਾਂ ਬਿਨਸਣ ਵਾਲੀਆਂ ਨੇ ਉਹ ਝੂਠੀਆਂ ਨੇ। ਜਿਹੜੀ ਚੀਜ਼ ਨਹੀਂ ਬਿਨਸਣ ਵਾਲੀ ਉਹ ਸੱਚੀ ਹੈ, ਉਹ ਇੱਕ ਅਕਾਲ ਪੁਰਖ ਹੈ। ਬਾਕੀ ਸਭ ਕੁਝ ਮਿਥਿਆ ਹੈ। ਅਵਰ ਸਭ ਕਿਛ ਸਬਰ ਜਾਣ ਮਿਥਿਆ। ਮਹਾਰਾਜ ਕਹਿੰਦੇ ਬਾਕੀ ਸਾਰਾ ਕੁਝ ਮਿਥਿਆ ਜਾਣ ਲੈ। ਇੱਕ ਸਰੂਪ ਸੱਤ ਹੈ ਵਾਹਿਗੁਰੂ ਦਾ, ਔਰ ਸਦੀਵੀ ਸੱਤ ਹੈ। ਸੱਤ ਸदैव। ਦੁਨੀਆ ਦੀ ਕੋਈ ਚੀਜ਼ ਮੇਰੇ ਸਾਹਮਣੇ ਲਿਆਓ,
ਤੁਸੀਂ ਕਹੋ ਇਹ ਸੱਚੀ ਹੈ, ਪਰ ਕਿੰਨਾ ਚਿਰ ਸੱਚੀ ਹੈ? ਇਸ ਵੇਲੇ ਮੈਂ ਤੁਹਾਡੇ ਸਾਹਮਣੇ ਬੈਠਾ ਕਥਾ ਕਰ ਰਿਹਾ, ਤੁਸੀਂ ਸੁਣ ਰਹੇ ਹੋ। ਤੁਸੀਂ ਕਹੋਗੇ ਯਾਰ ਸਾਹਮਣੇ ਬੰਦਾ ਬੈਠਾ ਸੱਚਾ ਸਾਹਮਣੇ ਹੈ, ਜਿਹੜੀ ਚੀਜ਼ ਸਾਹਮਣੇ ਉਹ ਸੱਚ ਹੈ। ਪਰ ਸਵਾਦ ਤਾਂ ਆਵੇ ਜੇ ਇੱਦਾਂ ਹੀ ਜੁਗਾਂ ਤੱਕ ਬੈਠਾ ਹੀ ਰਵੇ। ਮੰਨਾਂਗੇ ਤੇ ਤਾਂ ਨਾ, ਨਹੀਂ ਰਹਿਣਾ, ਨਹੀਂ ਰਹਿਣਾ। 10 20 50 ਸਾਲ ਨੂੰ ਇਹ ਸਰੀਰ ਨੇ ਖਤਮ ਹੋਣਾ ਹੀ ਹੋਣਾ। ਕਿਸੇ ਦਾ ਵੀ ਸਰੀਰ ਨਹੀਂ ਰਿਹਾ, ਕੋਈ ਵਸਤੂ ਸੰਸਾਰ ਦੀ ਧਰਤੀ ਨਹੀਂ ਰਹਿਣੀ ਤੇ ਬਾਕੀ ਕੀ ਰਹਿਣਾ। ਮਹਾਰਾਜ ਕਹਿੰਦੇ ਉਹ ਅਕਾਲ ਪੁਰਖ ਸਦਾ ਰਹੇਗਾ, ਸਦਾ ਰਹੇਗਾ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ। ਸਤ ਸਦੈਵ, ਸਦੀਵੀ ਸਤ ਹੈ। ਸਰੂਪ ਸਤ ਬ੍ਰਤ, ਉਹਦਾ ਜਿਹੜਾ ਸਰੂਪ ਹੈ, ਸਰੂਪ ਦੇ ਸਾਧ ਸੰਗਤ ਜੀ ਬੜੇ ਡੂੰਘੇ ਅਰਥ ਨੇ। ਬਾਹਰੀ ਤੌਰ ਤੇ ਸਰੂਪ ਅਸੀਂ ਤਸਵੀਰ ਨੂੰ, ਫੋਟੋ ਨੂੰ, ਮੂਰਤੀ ਨੂੰ, ਬੰਦੇ ਨੂੰ ਕਹਿ ਦਿੰਦੇ ਹਾਂ ਫਲਾਣੇ ਦਾ ਸਰੂਪ ਹੈ, ਪਰ ਅਸਲ ਇਹਦਾ ਅਰਥ ਹੈ ਸਵੈ ਰੂਪ। ਸਵੈ ਮੈਨੇ ਆਪਣਾ ਰੂਪ। ਆਪਣਾ ਰੂਪ ਕੀ ਹੈ? ਆਪਣਾ ਰੂਪ ਆਤਮਾ ਹੈ, ਸਾਡੇ ਅੰਦਰ ਵਾਹਿਗੁਰੂ ਦੀ ਜੋਤ, ਉਹ ਆਪਣਾ ਰੂਪ ਹੈ ਅਸਲ। ਵਾਹਿਗੁਰੂ ਆਪਣੇ ਰੂਪ ਵਿੱਚ ਪ੍ਰਕਾਸ਼ਮਾਨ ਹੈ, ਸਾਰੀ ਸ੍ਰਿਸ਼ਟੀ ਨੂੰ ਪ੍ਰਕਾਸ਼ਿਤ ਕਰਨ ਵਾਲਾ ਹੈ ਔਰ ਸਤ ਬ੍ਰਤ ਹੈ। ਅਸੀਂ ਕਈ ਵਾਰੀ ਵਰਤ ਰੱਖੇ ਨੇ, ਮੈਂ ਝੂਠ ਨਹੀਂ ਬੋਲਾਂਗਾ ਪਰ ਫੇਰ ਬੋਲ ਲੈਂਦੇ ਹਾਂ। ਮੈਂ ਆਹ ਮਾੜਾ ਕੰਮ ਨਹੀਂ ਕਰਾਂਗਾ, ਫੇਰ ਕਰ ਲੈਂਦੇ ਹਾਂ। ਕਈ ਚੀਜ਼ਾਂ ਦੇ ਅਸੀਂ ਵਰਤ ਕੀਤੇ ਨੇ। ਕਈ ਵਾਰੀ ਗੁਰਦੁਆਰੇ ਮੰਦਿਰ ਜਾ ਕੇ ਮਨ ਬੜਾ ਬੰਦੇ ਦਾ ਕਹਿੰਦਾ ਵੀ ਆਹ ਗਲਤ ਕੰਮ ਹੈ, ਅੱਜ ਤੋਂ ਬਾਅਦ ਨਹੀਂ ਕਰਨਾ। ਤੋਬਾ ਕੀਤੀ, ਮੁਸਲਮਾਨ ਕਹਿੰਦੇ ਤੋਬਾ ਕਰਨੀ, ਗੁਨਾਹਾਂ ਤੋਂ ਪਾਪਾਂ ਤੋਂ ਤੋਬਾ ਕਰ ਲਈ, ਬਸ ਅੱਜ ਤੋਂ ਬਾਅਦ ਇਹ ਗੁਨਾਹ ਨਹੀਂ ਕਰਨਾ। ਫਿਰ ਹੋ ਜਾਂਦਾ। ਆਖੋ ਸ੍ਰੀ ਵਾਹਿਗੁਰੂ। ਸਾਡਾ ਵਰਤ ਸੱਚਾ ਨਹੀਂ, ਕੋਈ ਵੀ ਵਰਤ, ਪਰ ਉਸ ਵਾਹਿਗੁਰੂ ਦਾ ਵਰਤ ਸਤ ਵਰਤ ਹੈ। ਸਦੀਵ ਕਾਲ ਜੋ ਉਹਨੇ ਕਰ ਦੇਣਾ, ਬਣਾਇਆ ਹੋਇਆ ਕਾਨੂੰਨ, ਉਹ ਉੱਦਾਂ ਹੀ ਰਹਿਣਾ, ਉਹ ਬਦਲਿਆ ਨਹੀਂ ਜਾਣਾ। ਉਹਦਾ ਵਰਤ ਕੀ ਹੈ? ਸਭ ਤੋਂ ਵੱਡਾ ਉਹਦਾ ਵਰਤ ਹੈ ਸਾਰੀ ਦੁਨੀਆ ਨੂੰ ਰੋਜੀ ਦੇਣ ਦਾ। ਆਖੋ ਵਾਹਿਗੁਰੂ। ਬੰਦਾ 1 ਦਿਨ ਦੇ ਦੇਗਾ, 2 ਦਿਨ ਦੇ ਦੇਗਾ, ਤੀਜੇ ਦਿਨ ਕਹਿੰਦਾ ਤੂੰ ਰੋਜ਼ ਦਾ ਹੀ ਕੰਮ ਬਣਾ ਲਿਆ, ਮੈਂ ਕੋਈ ਠੇਕਾ ਲਿਆ ਤੇਰਾ, ਚੱਲ ਪਰੇ। ਮਾਂ ਵੀ ਕਹਿ ਦਿੰਦੀ ਹੈ ਕਾਕਾ ਜੇ ਕੰਮ ਨਹੀਂ ਨਾ ਕਰਨਾ ਤੂੰ ਤੇ ਮੈਂ ਤੈਨੂੰ ਰੋਜ਼ ਕਿੱਥੋਂ ਮੰਨੀਆਂ ਪਕਾ ਕੇ ਦਿਆਂ, ਕੁਝ ਕਮਾ ਕੇ ਲਿਆਏਗਾ ਤਾਂ ਹੀ ਦਿਆਂਗੀ। ਪਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹਜ਼ਾਰਾਂ ਲੱਖਾਂ ਸਾਲਾਂ ਤੋਂ, ਕਰੋੜਾਂ ਅਰਬਾਂ ਖਰਬਾਂ ਸਾਲਾਂ ਤੋਂ ਇਸ ਧਰਤੀ ਦੇ ਜੀਵਾਂ ਨੂੰ ਪਾਲ ਰਿਹਾ ਹੈ, ਪਾਲੇਗਾ। ਮਹਾਰਾਜ ਕਹਿੰਦੇ ਸਾਡੇ ਔਗਣ ਗੁਨਾਹ ਗਲਤੀਆਂ ਦੇਖ ਕੇ ਵੀ ਨਾ ਨਹੀਂ ਕਰੇਗਾ। ਦੀਨ ਦਇਆਲ ਦਇਆਨਿਤ ਦੋਖਣ ਦੇਖਤ ਹੈ ਪਰ ਦੇਤ ਨ ਹਾਰੈ। ਸਾਡੇ ਦੋਸ਼ਾਂ ਨੂੰ ਦੇਖਦਾ ਹੈ ਪਰ ਦੇਣ ਤੋਂ ਇਨਕਾਰ ਨਹੀਂ ਕਰਦਾ। ਸੋ ਐਸਾ ਵਾਹਿਗੁਰੂ ਸਤ ਵਰਤ ਹੈ। ਆਦ ਅਨਾਦ ਅਗਾਧ ਅਜੈ ਹੈ। ਆਦ ਹੈ, ਸਾਰਿਆਂ ਦਾ ਮੁੱਢ ਹੈ। ਖਾਲਸਾ ਜੀ, ਹਰ ਚੀਜ਼ ਦੀ ਸ਼ੁਰੂਆਤ ਹੁੰਦੀ ਹੈ, ਆਪਣੀ ਵੀ ਸ਼ੁਰੂਆਤ ਹੈ। ਸਾਡਾ ਸਰੀਰ ਮਾਤਾ ਪਿਤਾ ਤੋਂ ਪੈਦਾ ਹੋਇਆ। ਹਰ ਇੱਕ ਬੰਦੇ ਦੇ ਪਾਸਪੋਰਟ 'ਤੇ ਉਹਦਾ ਜਨਮ, ਉਹਦੀ ਜਨਮ ਦੀ ਡੇਟ ਲਿਖੀ ਹੋਈ ਹੈ, ਕਾਗਜ਼ਾਂ 'ਚ ਪੁੱਛੀ ਜਾਂਦੀ ਹੈ ਤੇ ਆਪਣਾ ਬਰਥਡੇ ਦੱਸੋ। ਆਦ ਹੈ ਕਿ ਨਹੀਂ ਹੈ ਸਾਡਾ? ਇਸ ਧਰਤੀ ਦਾ ਵੀ ਕੋਈ ਆਦ ਹੈ, ਇਸ ਬ੍ਰਹਮੰਡ ਦਾ ਵੀ ਕੋਈ ਆਦ ਹੈ, ਇਸ ਚੰਦ ਸੂਰਜ ਦਾ ਵੀ ਕੋਈ ਆਦ ਹੈ। ਇਹ ਸਾਰੀ ਕਾਇਨਾਤ ਕਿੱਥੋਂ ਸ਼ੁਰੂ ਹੋਈ ਹੈ? ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਤੋਂ। ਉਹ ਸਭ ਦਾ ਆਦ ਹੈ, ਆਦ ਸੱਚ ਹੈ। ਉਹ ਸਭ ਤੋਂ ਪਹਿਲੇ ਉਹ ਸੀ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਆਦ ਅਨਾਦ। ਹੁਣ ਆਦ ਤੋਂ ਬਾਅਦ ਅਨਾਦਿ ਕਿਉਂ ਲਿਖਿਆ? ਸਾਡਾ ਸਾਰਿਆਂ ਦਾ ਆਦ ਹੈ ਉਹ।
ਪਰ ਉਹ ਆਪ ਅਨਾਦਿ ਹੈ। ਅਨਾਦਿ ਦਾ ਮਤਲਬ ਜਿਹਦਾ ਆਦ ਨਾ ਹੋਵੇ, ਅਨਆਦਿ। ਸਾਡਾ ਪਿਓ ਹੈ ਪਰ ਉਹਦਾ ਪਿਓ ਕੋਈ ਨਹੀਂ। ਸਾਡਾ ਉਹ ਪਿਓ ਹੈ, ਉਹਦਾ ਪਿਓ ਕੋਈ ਨਹੀਂ। ਸੰਸਾਰ ਦੇ ਵਿੱਚ ਹੁੰਦਾ ਅੰਨਿਓ ਅੰਨਿਆ ਆਸਰਾ, ਇਹ ਨਿਯਮ ਹੈ। ਸਾਡਾ ਕੋਈ ਪਿਓ ਹੈ, ਸਾਡੇ ਪਿਓ ਦਾ ਵੀ ਕੋਈ ਪਿਓ ਹੈ ਜਿਹਨੂੰ ਅਸੀਂ ਦਾਦਾ ਕਹਿੰਦੇ ਹਾਂ। ਦਾਦੇ ਦਾ ਵੀ ਕੋਈ ਪਿਓ ਹੈ ਜਿਹਨੂੰ ਅਸੀਂ ਪੜਦਾਦਾ ਕਹਿੰਦੇ ਹਾਂ। ਪੜਦਾਦੇ ਦਾ ਵੀ ਕੋਈ ਪਿਓ ਹੈ ਜਿਹਨੂੰ ਲਗੜਦਾਦਾ ਕਹਿੰਦੇ ਹਾਂ। ਚੱਲਦੀ ਰਹਿੰਦੀ ਹੈ ਪੀੜ੍ਹੀ ਦਰ ਪੀੜ੍ਹੀ, ਹਜ਼ਾਰਾਂ ਲੱਖਾਂ ਸਾਲ ਤੋਂ ਇੱਦਾਂ ਚੱਲ ਰਿਹਾ ਹੈ। ਪਰ ਸਭ ਤੋਂ ਪਹਿਲੇ ਅਕਾਲ ਪੁਰਖ ਵਾਹਿਗੁਰੂ ਸਭ ਦਾ ਪਿਓ ਹੈ, ਉਹਦਾ ਪਿਓ ਕੋਈ ਨਹੀਂ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਕਿਸੇ ਮਾਂ ਪਿਓ ਦੁਆਰਾ ਜਨਮ ਨਹੀਂ ਲੈਂਦਾ, ਥਾਪਿਆ ਨਹੀਂ ਜਾਂਦਾ, ਆਪਣੇ ਆਪ ਤੋਂ ਪੈਦਾ ਹੋਇਆ। ਸਿੱਧਾ ਨੇ ਪੁੱਛਿਆ ਤੁਹਾਡਾ ਪਰਮਾਤਮਾ ਕਿਵੇਂ ਪੈਦਾ ਹੋਇਆ? ਮਹਾਰਾਜ ਕਹਿੰਦੇ ਸੈ ਭੰ। ਮੂਲ ਮੰਤਰ ਜਾਂਦਾ, ਪੜ੍ਹਦੇ ਆ ਰੋਜ਼। ਕੀ ਪੜ੍ਹਦੇ ਆ? ਸੈ ਭੰ। ਸੈ ਦਾ ਅਰਥ ਹੈ ਸਵਯੰ। ਸਵਯੰ ਮੈਨੇ ਆਪਣੇ ਆਪ ਤੋਂ, ਭੰ ਮੈਨੇ ਹੋ ਗਿਆ, ਆਪਣੇ ਆਪ ਤੋਂ ਹੀ ਪੈਦਾ ਹੋ ਗਿਆ, ਕਿਸੇ ਮਾਂ ਬਾਪ ਤੋਂ ਨਹੀਂ ਪੈਦਾ ਹੋਇਆ। ਮੂਲ ਮੰਤਰ ਜੋ ਸੈ ਭੰ ਪਾਦ ਆਉਂਦਾ ਹੈ ਨਾ, ਅਜੂਨੀ ਸੈ ਭੰ। ਅਜੂਨੀ ਦਾ ਮਤਲਬ ਹੈ ਜੂਨੀਆਂ 'ਚ ਨਹੀਂ ਆਉਂਦਾ। ਅਸੀਂ ਸਾਰੇ ਮਾਂ ਦੇ ਪੇਟ ਤੋਂ ਪੈਦਾ ਹੁੰਦੇ ਹਾਂ। 84 ਲੱਖ ਜੂਨੀਆਂ ਦਾ ਨਿਯਮ ਹੈ। ਉਹਦੀ ਮਾਂ ਕੋਈ ਨਹੀਂ, ਉਹ ਆਪਣੇ ਆਪ ਤੋਂ ਸੈ ਸਵਯੰ ਭੰ ਮੈਨੇ ਹੋ ਗਿਆ, ਆਪਣੇ ਆਪ ਤੋਂ ਹੀ ਪੈਦਾ ਹੋਇਆ। ਅਨਾਦ ਅਨਾਦਿ ਹੈ, ਕੁਛ ਨਹੀਂ ਦੱਸਿਆ ਜਾ ਸਕਦਾ ਕਦੋਂ ਤੋਂ ਹੈ। ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ। ਉਹਦਾ ਜਨਮ ਨਹੀਂ ਹੋਇਆ, ਉਹਨੇ ਮਰਨਾ ਵੀ ਨਹੀਂ। ਅਗਾਧ ਅਜੈ ਹੈ। ਅਗਾਧ ਦਾ ਅਰਥ ਹੈ ਜਿਹੜਾ ਬਹੁਤ ਡੂੰਘਾ ਹੋਵੇ। ਜਿਵੇਂ ਸਮੁੰਦਰ ਡੂੰਘਾ ਹੈ, ਕਿੰਨਾ ਕੁ ਡੂੰਘਾ ਹੈ ਮਿਣਿਆ ਨਹੀਂ ਜਾ ਸਕਦਾ। ਕਿੱਥੇ ਜਾਵਾਂਗੇ ਅਸੀਂ ਉਹਦੀ ਗਹਿਰਾਈ ਵਿੱਚ? ਚਲੋ ਮਸ਼ੀਨਾਂ ਆ ਗਈਆਂ ਨੇ, ਸਾਇੰਸ ਤਰੱਕੀ ਕਰ ਗਈ ਹੈ। ਸਮੁੰਦਰ ਡੂੰਘਾ ਭਾਵੇਂ ਕੋਈ ਮਾਪ ਲਵੇ, ਰੱਬ ਦੀ ਡੂੰਘਾਈ ਨਹੀਂ ਮਾਪੀ ਜਾਣੀ। ਰੱਬ ਦੀ ਡੂੰਘਾਈ ਨੂੰ ਕੋਈ ਨਹੀਂ ਜਾਣ ਸਕਦਾ। ਉਹ ਬਹੁਤ ਹੀ ਡੂੰਘਾ ਹੈ, ਬਹੁਤ ਗਹਿਰ ਗੰਭੀਰ ਹੈ। ਉਹ ਸੁਰਤੀ ਦਾ ਵਿਸ਼ਾ ਹੈ। ਸੁਰਤ ਦੇ ਨਾਲ ਉਹਦੇ ਅੰਦਰ ਜਾਈ ਜਾਓ, ਜਾਈ ਜਾਓ, ਜਾਈ ਜਾਓ, ਉਹ ਸਮੁੰਦਰ ਦੀ ਤਰ੍ਹਾਂ ਵਿਸ਼ਾਲ ਵਿਸ਼ਾਲ ਨਜ਼ਰ ਆਉਂਦਾ ਹੈ। ਹਾਂਜੀ, ਅਜੈ ਹੈ। ਅਜੈ ਕਹਿੰਦੇ ਜੇ ਤਾਂ ਕੋਈ ਜਿੱਤ ਨਾ ਸਕੇ, ਜਿਸ ਨੂੰ ਕੋਈ ਫਤਿਹ ਨਾ ਕਰ ਸਕੇ। ਅਜੈ ਦਾ ਦੂਸਰਾ ਅਰਥ ਹੈ ਜੋ ਕਿਸੇ ਦੁਆਰਾ ਜਾਇਆ ਨਹੀਂ ਗਿਆ, ਜਨਮ ਨਹੀਂ ਹੁੰਦਾ ਜਿਸ ਦਾ। ਦਾਨ ਦਇਆ ਦਮ ਸੰਜਮ ਨੇਮ। ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਸਾਰਿਆਂ ਉੱਤੇ ਦਾਨ ਦੇਣ ਦਾ ਸੁਭਾਅ ਹੈ, ਸਭ ਨੂੰ ਦਾਨ ਦਿੰਦਾ। ਦੇਂਦਾ ਰਿਜਕ ਸੰਭਾਹਾ ਹੈ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਸਭ ਨੂੰ ਦਾਨ ਦੇਣ ਵਾਲਾ, ਸਾਰਿਆਂ ਤੇ ਦਇਆ ਕਰਨ ਵਾਲਾ, ਔਰ ਸਾਰੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਦਾ ਦਮਨ ਕਰਨ ਵਾਲਾ। ਦਮ ਦਾ ਅਰਥ ਹੁੰਦਾ ਹੈ ਇੰਦਰੀਆਂ ਨੂੰ ਦਮਨ ਕਰਨ ਵਾਲਾ। ਇਹ ਬਹੁਤ ਸੂਖਮ ਵਿਸ਼ਾ ਹੈ ਖਾਲਸਾ ਜੀ, ਅਜੇ ਸਾਰਿਆਂ ਦੀ ਸਮਝ ਨਹੀਂ ਆਉਣਾ। ਅੰਦਰ ਬੈਠਾ ਹੋਇਆ ਰੱਬ ਸਾਡੀਆਂ ਗਿਆਨ ਇੰਦਰੀਆਂ ਦੁਆਰਾ ਬਾਹਰਲੇ ਪਦਾਰਥਾਂ ਨੂੰ ਦੇਖਦਾ ਹੈ, ਤੇ ਜੇ ਕਦੀ ਇਹਨਾਂ ਇੰਦਰੀਆਂ ਨੂੰ ਰੋਕਣਾ ਹੋਵੇ ਤਾਂ ਅੰਦਰੋਂ ਬੈਠਾ ਹੀ ਰੋਕ ਲੈਂਦਾ। ਅੱਖਾਂ ਦੇਖ ਰਹੀਆਂ ਨੇ, ਜੇ ਅੰਦਰੋਂ ਭਗਵਾਨ ਦੀ ਪ੍ਰੇਰਣਾ ਹੋਵੇ ਵੀ ਅੱਖਾਂ ਨੂੰ ਬੰਦ ਕਰ ਲੈ ਤੇ ਅੱਖਾਂ ਬੰਦ ਕਰ ਲੇਗਾ। ਜੇ ਬਾਹਰਲੀ ਆਵਾਜ਼ ਨੂੰ ਕੰਨ ਸੁਣ ਰਹੇ ਨੇ, ਅੰਦਰੋਂ ਪਰਮੇਸ਼ਰ ਪ੍ਰੇਰਣਾ ਕਰਦਾ ਵੀ ਨਹੀਂ ਸੁਣਨ ਦੀ ਲੋੜ, ਬੰਦ ਕਰ ਦਿਓ, ਇਹ ਆਵਾਜ਼ ਨਹੀਂ ਸੁਣਨੀ। ਕੰਨਾਂ ਨੂੰ ਉੱਥੇ ਕੰਟਰੋਲ ਕਰ ਲਏਗਾ। ਪੈਰ ਤੁਰੇ ਜਾ ਰਹੇ ਨੇ, ਅੰਦਰੋਂ ਆਵਾਜ਼ ਆਈ ਵੀ ਰਹਿਣ ਦੇ, ਥੱਕ ਗਏ ਆ, ਬਹਿ ਜਾ। ਉਹ ਪ੍ਰੇਰਣਾ ਕਰਕੇ ਉਹਨਾਂ ਦਾ ਦਮਨ ਕਰ ਲਏਗਾ। ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਨੂੰ ਰੋਕਣ ਨੂੰ ਦਮ ਕਹਿੰਦੇ ਹੈ। ਅੰਦਰ ਬੈਠਾ ਭਗਵਾਨ ਇਹਨਾਂ ਨੂੰ ਦਮਨ ਕਰਨ ਵਾਲਾ, ਰੋਕਣ ਵਾਲਾ ਵੀ ਹੈ, ਚਲਾਉਣ ਵਾਲਾ ਵੀ ਹੈ ਤੇ ਰੋਕਣ ਵਾਲਾ ਵੀ ਹੈ। ਦੇਖਣ ਦੀ ਸ਼ਕਤੀ ਵੀ ਉਹੀ ਪਾਈ ਬੈਠਾ ਅੱਖਾਂ ਵਿੱਚ, ਤੇ ਅੱਖਾਂ ਨੂੰ ਬੰਦ ਕਰਨ ਦੀ ਸ਼ਕਤੀ ਵੀ ਉਹਦੀ ਹੈ। ਕੰਨਾਂ 'ਚ ਸੁਣਨ ਦੀ ਸ਼ਕਤੀ ਵੀ ਉਹਦੀ ਹੈ, ਤੇ ਕੰਨਾਂ ਦੇ ਉੱਤੇ ਹੱਥ ਧਰ ਲੈਣ ਦੀ ਸ਼ਕਤੀ ਵੀ ਉਹਦੀ ਹੈ।
ਇਹ ਪਾਤਸ਼ਾਹ ਅਕਾਲ ਪੁਰਖ ਸੰਜਮ ਦੇ ਨਾਲ ਇਹਨਾਂ ਗਿਆਨ ਇੰਦਰੀਆਂ ਦੇ ਕਰਮ ਇੰਦਰੀਆਂ ਨੂੰ ਕੰਟਰੋਲ ਕਰਦਾ ਹੈ। ਹਾਂਜੀ, ਨੇਮ ਔਰ ਨਿਯਮ ਦੇ ਨਾਲ ਸੰਸਾਰ ਨੂੰ ਚਲਾ ਰਿਹਾ। ਦੇਖੋ ਜਿਤਨਾ ਸੰਸਾਰ ਚੰਦ ਸੂਰਜ ਗ੍ਰਹਿ ਤਾਰੇ ਚੱਲ ਰਹੇ ਨੇ, ਇਹ ਕਿਸੇ ਨਿਯਮ ਵਿੱਚ ਚੱਲ ਰਹੇ ਨੇ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਕਰੋੜਾਂ ਮੀਲ ਚੰਦਰਮਾ, ਸੂਰਜ, ਧਰਤੀ ਆਪਣੇ ਬ੍ਰਹਮੰਡ ਦੇ ਵਿੱਚ ਆਪਣੇ ਆਪਣੇ ਧੁਰੇ ਤੇ ਘੁੰਮਦੇ ਆ। ਇੱਕ ਨਿਯਮ ਹੈ। ਇਹ ਨਿਯਮ ਵੀ ਅਕਾਲ ਪੁਰਖ ਨੇ ਬਣਾਇਆ ਹੋਇਆ। ਇਹ ਨਿਯਮ ਪਰਮੇਸ਼ਰ ਆਪ ਬਣਿਆ ਹੋਇਆ ਹੈ। ਜਤ ਬ੍ਰਤ ਸੀਲ ਸੋ ਬ੍ਰਿਤ ਅਬੈ ਹੈ। ਜਤ ਬਰਤ ਉਹ ਪਰਮਾਤਮਾ ਜਤੀਆਂ ਵਿੱਚ ਜਤੀ ਹੈ, ਵਰਤੀਆਂ ਵਿੱਚ ਵਰਤੀ ਹੈ। ਸੀਲ ਸੁਭਾਅ ਦਾ ਹੈ ਔਰ ਉਹਦੀ ਬਿਰਤੀ ਬੜੀ ਨਿਰਮਲ ਹੈ। ਸੁਬਿਰਤ ਸ੍ਰੇਸ਼ਟ ਬਿਰਤੀ ਵਾਲਾ ਹੈ ਔਰ ਉਹ ਅਕਾਲ ਪੁਰਖ ਅਬੈ ਹੈ, ਹੁਣ ਵੀ ਹੈ। ਆਖੋ ਸ੍ਰੀ ਵਾਹਿਗੁਰੂ। ਕਈ ਵਾਰੀ ਕੀ ਹੁੰਦਾ ਜੇ, ਅਸੀਂ ਸਮਝਦੇ ਹਾਂ ਵੀ ਰੱਬ ਸ਼ਾਇਦ ਪਹਿਲੇ ਸੀ ਤੇ ਹੁਣ ਕੋਈ ਨਹੀਂ। ਜਿਵੇਂ ਕਹਿ ਦਿੰਦੇ ਨਾ, ਆਖੇ ਜੀ ਫਲਾਣੇ ਦੇਵੀ ਦੇਵਤੇ ਦੇ ਸਮੇਂ ਇੱਦਾਂ ਹੋਇਆ, ਫਲਾਣੇ ਰਾਜੇ ਦੇ ਸਮੇਂ ਇੱਦਾਂ ਹੋਇਆ, ਫਲਾਣੇ ਮਹਾਂਪੁਰਸ਼ ਦੇ ਸਮੇਂ ਇੱਦਾਂ ਹੋਇਆ। ਉਦੋਂ ਸੀਗਾ, ਹੁਣ ਉਹ ਨਹੀਂ ਨਜ਼ਰ ਆਉਂਦੇ ਦੇਵੀ ਦੇਵਤੇ, ਉਸ ਰਾਜੇ ਮਹਾਰਾਜੇ, ਉਹ ਮਹਾਂਪੁਰਸ਼, ਉਹ ਅਵਤਾਰ ਨਹੀਂ ਨਜ਼ਰ ਆਉਂਦੇ ਸਰੀਰ ਕਰਕੇ। ਆਪਾਂ ਫਿਰ ਉਹਨਾਂ ਨੂੰ ਭੂਤ ਕਾਲ ਵਿੱਚ ਹੀ ਗਿਣਦੇ ਆ ਨਾ, ਵੀ ਬੀਤ ਚੁੱਕੇ ਆ। ਪਰ ਰੱਬ ਜਿਹੜਾ ਹੈ ਨਾ, ਉਹਦੇ ਬਾਰੇ ਕੋਈ ਨਹੀਂ ਕਹਿ ਸਕਦਾ ਵੀ ਰੱਬ ਬੀਤ ਚੁੱਕਾ ਹੈ। ਬਾਕੀ ਸਭ ਸਮੇਂ ਸਮੇਂ ਅਨੁਸਾਰ ਮੂਰਤੀਆਂ ਲੋਪ ਹੋ ਗਈਆਂ, ਪਰ ਭਗਵਾਨ ਦੀ ਮੂਰਤੀ, ਪਰਮੇਸ਼ਰ ਦੀ ਮੂਰਤੀ ਅਬੈ ਹੈ, ਹੁਣ ਵੀ ਹੈ। ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਹਾਂਜੀ, ਆਦ ਅਨੀਲ ਅਨਾਦ ਅਨਾਹਦ। ਉਹ ਵਾਹਿਗੁਰੂ ਸਾਰਿਆਂ ਦਾ ਆਦ ਹੈ, ਮੁੱਢ ਹੈ, ਸਾਰਿਆਂ ਦਾ ਪਿਓ ਹੈ। ਅਨੀਲ ਕਹਿੰਦੇ ਗਿਣਤੀ ਤੋਂ ਬਾਹਰ ਹੈ। ਸਾਧ ਸੰਗਤ ਜੀ, ਇੱਧਰ ਦੀ ਗਿਣਤੀ ਦਾ ਤਾਂ ਮੈਨੂੰ ਪਤਾ ਨਹੀਂ। ਸਾਡੇ ਇੰਡੀਆ 'ਚ ਗਿਣਤੀ ਕਰਦੇ ਇਕਾਈ, ਦਹਾਈ, ਸੈਂਕੜਾ, ਹਜ਼ਾਰ। ਇਕਾਈ ਇੱਕ ਨੂੰ, ਉਹਨੂੰ ਇੱਕ ਜ਼ੀਰੋ ਲੱਗ ਗਈ, ਦਹਾਈ 10 ਬਣ ਗਿਆ। ਇੱਕ ਜ਼ੀਰੋ ਹੋਰ ਲਾ ਦਿਓ, ਸੈਂਕੜਾ। ਇੱਕ ਹੋਰ ਲਾ ਦਿਓ, ਹਜ਼ਾਰ। ਅੱਗੇ 10,000, ਲੱਖ, 10 ਲੱਖ, ਕਰੋੜ, 10 ਕਰੋੜ, ਅਰਬ, 10 ਅਰਬ, ਖਰਬ, 10 ਖਰਬ, ਨੀਲ, 10 ਨੀਲ। 10 ਨੀਲ ਤੋਂ ਅੱਗੇ ਫਿਰ ਕਹਿੰਦੇ ਵੀ ਗਿਣਤੀ ਬਹੁਤ ਹੋ ਗਈ, ਹੁਣ ਗਿਣਤੀ ਬੰਦ ਕਰ ਦਿਓ। ਉਹਦੇ ਅੱਗੇ ਕਹਿੰਦੇ ਅਨੀਲ, ਆਦ, ਅਨੀਲ, ਅਨਾਦ, ਅਨਾਹਤ, ਜੁਗ ਜੁਗ ਏਕੋ ਵੇਸ। ਅਨੀਲ ਪਦ ਬਾਣੀ 'ਚ ਬਹੁਤ ਵਾਰੀ ਆਇਆ। ਆਦ ਗੁਰੂ ਗ੍ਰੰਥ ਸਾਹਿਬ 'ਚ ਵੀ ਆਇਆ, ਦਸਮ ਗ੍ਰੰਥ ਸਾਹਿਬ 'ਚ ਵੀ ਆਇਆ। ਅਨੀਲ ਦਾ ਅਰਥ ਹੈ ਗਿਣਤੀ ਤੋਂ ਪਰੇ। ਪਰਮਾਤਮਾ ਗਿਣਤੀ ਤੋਂ ਪਰੇ ਹੈ, ਕਿਸੇ ਗਿਣਤੀ 'ਚ ਨਹੀਂ ਆਉਂਦਾ, ਕੋਈ ਗਿਣਤੀ ਕਰ ਹੀ ਨਹੀਂ ਸਕਦਾ ਉਹਦੀ। ਅਨਾਦ ਜਿਹੜਾ ਸਾਰਿਆਂ ਦਾ ਮੁੱਢ ਹੈ। ਅਨ ਆਦਿਕ ਜਿੰਨੀਆਂ ਸ਼ਕਤੀਆਂ ਸੰਸਾਰ ਵਿੱਚ ਹਨ, ਉਹਨਾਂ ਦਾ ਵੀ ਮੁੱਢ ਹੈ। ਅਨਾਹਦ ਜਿਹੜਾ ਹੱਦ ਤੋਂ ਪਰੇ ਹੈ, ਜਿਹਦੇ ਦਰਬਾਰ 'ਚ ਬਿਨਾਂ ਵਜਾਇਆ ਵਾਜੇ ਵੱਜਦੇ ਨੇ, ਅਨਾਹਦ ਵਾਜੇ। ਅਨਾਹਤ ਪਦ ਦੇ ਦੋ ਅਰਥ ਨੇ, ਬਿਨਾਂ ਆਹਤ ਦੇ। ਆਹਤ ਸ਼ਬਦ ਹੁੰਦਾ ਜਿਵੇਂ ਮੈਂ ਹੱਥ ਤੇ ਹੱਥ ਮਾਰਿਆ ਤੇ ਆਵਾਜ਼ ਆਈ ਹੈ। ਨਗਾਰੇ ਤੇ ਚੋਟ ਮਾਰੋ, ਆਵਾਜ਼ ਆਉਂਦੀ ਹੈ। ਢੋਲਕੀ ਤੇ ਹੱਥ ਮਾਰੋ, ਆਵਾਜ਼ ਆਉਂਦੀ ਹੈ। ਤਬਲੇ ਤੇ ਉਂਗਲਾਂ ਮਾਰੋ, ਆਵਾਜ਼ ਆਉਂਦੀ ਹੈ। ਵਾਜੇ ਦਾ, ਹਾਰਮੋਨੀਅਮ ਦਾ ਪੱਖਾ ਮਾਰੋ ਤੇ ਉਹਦੇ 'ਚੋਂ ਆਵਾਜ਼ ਆਉਂਦੀ ਹੈ। ਬੰਸਰੀ ਦੇ ਵਿੱਚ ਹਵਾ ਮਾਰੋ, ਫੂਕ ਮਾਰੋ ਤੇ ਬੰਸਰੀ 'ਚੋਂ ਆਵਾਜ਼ ਆਉਂਦੀ ਹੈ। ਜਿੰਨੇ ਵਾਜੇ ਨੇ ਵਜਾਇਆ ਵੱਜਦੇ ਨੇ। ਆਖੋ ਵਾਹਿਗੁਰੂ। ਜਿੰਨੇ ਵਜਾਇਆ ਵਾਜੇ ਨੇ ਸਾਰੇ ਵਜਾਇਆ ਵੱਜਦੇ ਨੇ। ਆਹਤ ਕਹਿੰਦੇ ਚੋਟ ਮਾਰਨੀ, ਪਰ ਜਿਹੜਾ ਵਾਹਿਗੁਰੂ ਦਾ ਵਾਜਾ ਅਨਾਹਤ, ਬਿਨਾਂ ਵਜਾਇਆ ਵੱਜਦਾ ਹੈ। ਵਾਜੇ ਅਨਹਦ ਤੂਰੇ, ਬਿਨਾਂ ਵਜਾਇਆ ਉਹਦਾ ਵਾਜਾ ਵੱਜਦਾ ਹੈ, ਅਨਾਹਤ। ਤੇ ਅਨਾਹਤ ਦਾ ਦੂਸਰਾ ਸੰਪਰਦਾਇ ਗਿਆਨੀਆਂ ਨੇ ਅਰਥ ਕੀਤਾ ਅਨਹਦ। ਹੱਦ ਕਹਿੰਦੇ ਨੇ ਬਾਰਡਰ, ਸੀਮਾ। ਉਹ ਪਰਮਾਤਮਾ ਬਿਨਾਂ ਬਾਰਡਰ ਦੇ ਹੈ, ਬਿਨਾਂ ਹੱਦ ਦੇ ਹੈ, ਕੋਈ ਸੀਮਾ ਨਹੀਂ ਹੈ, ਬੇਹੱਦ ਹੀ ਪਰੇ ਤੋਂ ਪਰੇ। ਧਰਤੀ ਦੀ ਹੱਦ ਮੁੱਕਦੀ, ਸਮੁੰਦਰ ਸ਼ੁਰੂ ਹੋ ਜਾਂਦਾ। ਸਮੁੰਦਰ ਦੀ ਹੱਦ ਮੁੱਕਦੀ ਹੈ, ਆਕਾਸ਼ ਸ਼ੁਰੂ ਹੋ ਜਾਂਦਾ। ਹੁਣ ਆਕਾਸ਼ ਦਾ ਕੋਈ ਹੱਦ ਬੰਨਾ ਨਹੀਂ ਤੇ ਪਰਮਾਤਮਾ ਉਸ ਤੋਂ ਵੀ ਵੱਡਾ ਹੈ। ਇਸ ਕਰਕੇ ਕਹਿੰਦੇ ਹੈ
ਉਹ ਅਨਾਹਦ ਹੈ। ਹਾਂਜੀ, ਆਪ ਅਦਵੈਖ ਆਪੇਖ ਆਪੈ ਹੈ। ਉਹ ਪਰਮਾਤਮਾ ਦਵੈਸ਼ ਤੋਂ ਰਹਿਤ ਹੈ, ਕਿਸੇ ਨਾਲ ਉਹਦੀ ਕੋਈ ਦਵੈਸ਼ ਨਹੀਂ। ਆਪਾਂ ਜਿੰਨੇ ਵੀ ਆ ਨਾ, ਜਿੰਨੇ ਮਰਜ਼ੀ ਗਿਆਨੀ ਧਿਆਨੀ ਬਣ ਜਾਈਏ, ਇੱਕ ਦੂਜੀ ਨਾਲ ਈਰਖਾ ਬਹੁਤ ਕਰਦੇ ਆ। ਬੰਦੇ ਦੀ ਬੰਦੇ ਨਾਲ ਈਰਖਾ ਹੈ, ਭਾਵੇਂ ਕੋਈ ਨਾ ਵੀ ਮਤਲਬ ਹੋਵੇ ਨਾ। ਤੇ ਕਈ ਤਾਂ ਮੈਨੂੰ ਇੱਥੋਂ ਤੱਕ ਬੰਦੇ ਮਿਲੇ ਇੰਗਲੈਂਡ ਦੇ ਵਿੱਚ, ਉਹ ਕਹਿੰਦੇ ਬਾਬਾ ਜੀ ਉਹ ਫਲਾਣਾ ਬੰਦਾ ਜਦੋਂ ਮੱਥਾ ਟੇਕਣ ਆਉਂਦਾ ਨਾ, ਮੈਨੂੰ ਅੱਗ ਲੱਗ ਜਾਂਦੀ। ਕਹਿੰਦੇ ਜੀ ਕਰਦਾ ਵੀ ਮੈਂ ਮੱਥਾ ਹੀ ਨਾ ਟੇਕਾਂ, ਮੈਂ ਫਿਰ ਜਾਂਦਾ ਹੀ ਨਹੀਂ ਕਹਿੰਦਾ ਗੁਰਦੁਆਰੇ। ਉਹ ਮੱਥਾ ਟੇਕਣ ਆ ਜਾਂਦਾ ਮੇਰੇ ਟਾਈਮ 'ਚ। ਗੁਰਦੁਆਰੇ ਆ ਕੇ ਵੀ ਮੋਢੇ ਨੂੰ ਮੋਢਾ ਮਾਰਨ ਦੀ ਆਦਤ ਹੈ ਲੋਕਾਂ ਨੂੰ, ਵੀ ਉਹ ਬੰਦਾ ਕਿਉਂ ਮੱਥਾ ਟੇਕੇ, ਮੇਰਾ ਹੀ ਕਬਜ਼ਾ ਹੈ ਮੱਥਾ, ਮੈਂ ਹੀ ਟੇਕਣਾ। ਤੇ ਬਾਹਰ ਤੇ ਪਤਾ ਨਹੀਂ ਕੀ ਕਰਨਗੇ ਜਿਹੜੇ ਗੁਰਦੁਆਰੇ 'ਚ ਈਰਖਾ ਕਰੀ ਜਾਂਦੇ। ਆਖੋ ਸ੍ਰੀ ਵਾਹਿਗੁਰੂ। ਰੱਬ ਕਿਸੇ ਨਾਲ ਈਰਖਾ ਨਹੀਂ ਕਰਦਾ। ਦੂਸਰੀ ਜਾਤ ਦਾ ਹੋਵੇ, ਦੂਸਰੇ ਮਜ਼ਹਬ ਦਾ ਹੋਵੇ, ਦੂਸਰੀ ਕੌਮ ਦਾ ਹੋਵੇ, ਦੂਸਰੀ ਪਾਰਟੀ ਦਾ ਹੋਵੇ, ਸਾਡੀ ਈਰਖਾ ਹੈ। ਇੱਥੋਂ ਤੱਕ ਵੀ ਸਾਡੇ ਤੋਂ ਦੂਸਰਾ ਹੋਵੇ। ਭਰਾ ਨੂੰ ਭਰਾ ਨਾਲ ਈਰਖਾ ਹੈ, ਇਹ ਦੂਜਾ ਭਰਾ ਮੇਰੇ ਤੋਂ ਅੱਗੇ ਕਿਉਂ ਲੰਘ ਰਿਹਾ, ਲੋਕ ਇਹਨੂੰ ਕਿਉਂ ਚੰਗਾ ਕਹਿੰਦੇ, ਮੈਨੂੰ ਕਿਉਂ ਨਹੀਂ ਕਹਿੰਦੇ। ਦੁਰਯੋਧਨ ਤੇ ਯੁਧਿਸ਼ਟਰ ਦੋਵੇਂ ਭਰਾ ਹੀ ਨੇ ਚਾਚੇ ਤਾਇਆਂ ਦੇ। ਯੁਧਿਸ਼ਟਰ ਦੀ ਸਿਫਤ ਹੁੰਦੀ ਹੈ, ਦੁਰਯੋਧਨ ਦੀ ਨਿੰਦਾ ਹੁੰਦੀ ਹੈ। ਦੁਰਯੋਧਨ ਈਰਖਾਲੂ ਹੈ। ਭਗਵਾਨ ਕ੍ਰਿਸ਼ਨ ਜੀ ਨੂੰ ਕਹਿਣ ਲੱਗਾ ਤੁਸੀਂ ਹਮੇਸ਼ਾ ਯੁਧਿਸ਼ਟਰ ਦਾ ਪੱਖ ਲੈਂਦੇ ਹੋ, ਉਹਨੂੰ ਚੰਗਾ ਕਹਿੰਦੇ ਹੋ। ਮੇਰੇ 'ਚ ਕੀ ਭੈੜ ਵੇਖੀ ਹੈ, ਮੇਰੇ 'ਚ ਕੀ ਔਗਣ ਵੇਖਿਆ, ਮੇਰੀ ਕੋਈ ਭੈੜ ਦੱਸੋ, ਮੇਰਾ ਕੋਈ ਔਗਣ ਦੱਸੋ। ਭਗਵਾਨ ਕਹਿਣ ਲੱਗੇ ਕੋਈ ਨਹੀਂ, ਸਮਾਂ ਆਵੇਗਾ ਦੱਸਾਂਗੇ। ਕਹਿੰਦਾ ਨਹੀਂ, ਮੈਨੂੰ ਸਾਬਤ ਕਰਿਆ ਜੇ। ਉਹ ਕਹਿੰਦੇ ਕੋਈ ਗੱਲ ਨਹੀਂ। ਇੱਕ ਦਿਨ ਭਗਵਾਨ ਕ੍ਰਿਸ਼ਨ ਕਹਿਣ ਲੱਗੇ ਦੁਰਯੋਧਨ ਇੱਕ ਕੰਮ ਕਰ, ਤੂੰ ਨਾ ਸ਼ਹਿਰ ਵਿੱਚੋਂ ਕੋਈ ਭਲਾ ਬੰਦਾ ਲੱਭ ਕੇ ਲਿਆ, ਭਲਾ ਬੰਦਾ, ਚੰਗਾ ਬੰਦਾ। ਦੁਰਯੋਧਨ ਚਲਾ ਗਿਆ। ਯੁਧਿਸ਼ਟਰ ਨੂੰ ਕਹਿੰਦੇ ਤੂੰ ਵੀ ਕੰਮ ਕਰ, ਕੋਈ ਭੈੜਾ ਬੰਦਾ ਲੱਭ ਕੇ ਲਿਆ ਸ਼ਹਿਰ ਵਿੱਚੋਂ। ਯੁਧਿਸ਼ਟਰ ਸਾਰਾ ਦਿਨ ਘੁੰਮਦਾ ਰਿਹਾ, ਦੁਰਯੋਧਨ ਸਾਰਾ ਦਿਨ ਘੁੰਮਦਾ ਰਿਹਾ। ਦੋਵੇਂ ਸ਼ਾਮ ਨੂੰ ਖਾਲੀ ਆ ਗਏ। ਭਗਵਾਨ ਪੁੱਛਦੇ ਨੇ ਹਾਂ ਬਈ ਤੁਹਾਨੂੰ ਕੰਮ ਕਿਹਾ ਸੀ ਬੰਦੇ ਲੱਭ ਕੇ ਲਿਆਉਣ ਦਾ, ਲਿਆਂਦਾ? ਹਾਂ ਵੀ ਦੁਰਯੋਧਨ ਕੋਈ ਭਲਾ ਬੰਦਾ ਲੱਭਾ? ਦੁਰਯੋਧਨ ਕਹਿੰਦਾ ਮਹਾਰਾਜ ਸਾਰਾ ਸ਼ਹਿਰ ਵੇਖਿਆ, ਭਲਾ ਬੰਦਾ ਨਹੀਂ ਮੈਨੂੰ ਮਿਲਿਆ, ਕੋਈ ਮੈਨੂੰ ਨਹੀਂ ਕੋਈ ਚੰਗਾ ਬੰਦਾ ਮਿਲਿਆ। ਯੁਧਿਸ਼ਟਰ ਨੂੰ ਭਗਵਾਨ ਪੁੱਛਦੇ ਨੇ ਤੂੰ ਦੱਸ ਕੋਈ ਭੈੜਾ ਬੰਦਾ ਲੈਣ ਗਿਆ ਸੀ, ਭੈੜਾ ਬੰਦਾ ਮਿਲਿਆ? ਕਹਿੰਦਾ ਮਹਾਰਾਜ ਸਾਰਿਆਂ ਤੋਂ ਭੈੜਾ ਮੈਂ ਹੀ ਹਾਂ, ਮੇਰੇ ਤੋਂ ਭੈੜਾ ਮੈਂ ਕਿਹਨੂੰ ਕਵਾਂ, ਭੈੜਾ ਨਹੀਂ ਚੰਗੇ ਹੀ ਨੇ, ਮੈਂ ਭੈੜਾ ਹਾਂ। ਤੇ ਦੁਰਯੋਧਨ ਕਹਿੰਦਾ ਮੈਂ ਸਾਰਿਆਂ ਤੋਂ ਚੰਗਾ, ਬਾਕੀ ਭੈੜੇ ਨੇ। ਉਹਨੂੰ ਭਲਾ ਨਹੀਂ ਲੱਭਾ, ਉਹਨੂੰ ਬੁਰਾ ਨਹੀਂ ਲੱਭਾ। ਭਾਈ ਸਾਹਿਬ ਗੁਰਦਾਸ ਜੀ ਇਹ ਗੱਲ ਆਪਣੀ ਬਾਣੀ 'ਚ ਲਿਖ ਗਏ, ਭਲਾ ਨਾ ਕੋਏ ਬੁਰਾ ਨਾ ਕੋਏ ਯੁਧਿਸ਼ਟਰ ਹੈ। ਯੁਧਿਸ਼ਟਰ ਲਈ ਕੋਈ ਬੁਰਾ ਨਹੀਂ। ਦੁਰਯੋਧਨ ਕੋ ਭਲਾ ਨਾ ਪੇਖੈ, ਦੁਰਯੋਧਨ ਨੂੰ ਕੋਈ ਭਲਾ ਨਹੀਂ ਨਜ਼ਰ ਆਉਂਦਾ। ਸੁਖੀਏ ਕੋ ਪੇਖੈ ਸਭ ਸੁਖੀਆ, ਰੋਗੀ ਕੈ ਭਾਣੈ ਸਭ ਰੋਗੀ। ਖਾਲਸਾ ਜੀ ਜੇ ਸਾਨੂੰ ਕਿਸੇ ਦੂਜੇ ਵੱਲ ਦੇਖ ਕੇ ਸਾੜਾ ਹੁੰਦਾ ਤਾਂ ਇਹ ਸਾਡੇ ਅੰਦਰ ਦੀ ਬਿਮਾਰੀ ਹੈ, ਇਹ ਸਾਡੇ ਅੰਦਰ ਦਾ ਰੋਗ ਹੈ। ਅਰਦਾਸ ਕਰੋ ਸੱਚੇ ਪਾਤਸ਼ਾਹ ਕਿਰਪਾ ਕਰ ਇਹ ਰੋਗ ਕੱਟਿਆ ਜਾਵੇ, ਇਹ ਸਾਰੀ ਦੁਨੀਆ ਮੈਨੂੰ ਆਪਣੇ ਭਰਾ ਨਜ਼ਰ ਆਉਣ, ਇਹ ਤੇਰਾ ਰੂਪ ਨਜ਼ਰ ਆਵੇ। ਧੰਨ ਭਾਈ ਕਨ੍ਹਈਆ ਸਾਹਿਬ ਜੀ ਸਨ ਵੀ ਜਿਨ੍ਹਾਂ ਦੀ ਨਿਗਾਹ ਵਿੱਚ ਵੈਰੀ ਵੀ ਮਿੱਤਰ ਸਨ, ਉਹਨਾਂ ਨੂੰ ਵੀ ਪਾਣੀ ਪਿਆਈ ਗਏ। ਖਾਲਸਾ ਜੀ ਅਕਾਲ ਪੁਰਖ ਦਾ ਜੋ ਗੁਣ ਹੈ, ਅਕਾਲ ਪੁਰਖ ਅਦਵੈਖ ਹੈ, ਕਿਸੇ ਨਾਲ ਦਵੈਸ਼ ਨਹੀਂ ਕਰਦਾ, ਕਿਸੇ ਨਾਲ ਈਰਖਾ ਨਹੀਂ ਕਰਦਾ, ਅਭੇਖ ਅਭੈ ਹੈ। ਔਰ ਪਰਮਾਤਮਾ ਕੋਈ ਖਾਸ ਲਿਬਾਸ ਨਹੀਂ ਪਾਉਂਦਾ। ਸਾਡੇ ਲੋਕ ਸਮਝਦੇ ਨੇ ਇਨਸਾਨ ਦੇ ਵਿੱਚ ਇੱਦਾਂ ਦੀ ਸੋਚ ਬਣੀ ਹੋਈ ਹੈ। ਮੁਸਲਮਾਨਾਂ ਨੂੰ ਪੁੱਛੋ ਅੱਲਾ, ਉਹ ਕਹਿਣਗੇ ਸਾਡੇ ਵਰਗਾ ਹੀ ਹੋਣਾ, ਸਾਡੇ ਤਰ੍ਹਾਂ ਹੀ ਮੁੱਛਾਂ ਮੁੰਨੀਆਂ ਹੋਣਗੀਆਂ, ਦਾੜੀ ਰੱਖੀ ਹੋਏਗੀ, ਟੋਪੀ ਪਾਈ ਹੋਏਗੀ। ਮੌਲਵੀ ਸਾਹਿਬ ਨੂੰ ਇੱਦਾਂ ਲੱਗਦਾ ਹੋਣਾ ਵੀ ਸ਼ਾਇਦ ਖੁਦਾ ਦਾ ਲਿਬਾਸ ਇਹ ਹੈ। ਹਿੰਦੂ ਨੂੰ ਪੁੱਛੋ ਰੱਬ ਭਗਵਾਨ
ਉਹਨੇ ਰੱਬ ਦੀ ਮੂਰਤੀ ਉੱਦਾਂ ਦੀ ਬਣਾਈ ਹੋਣੀ ਹੈ ਜਿੱਦਾਂ ਦੀ ਉਹਦੀ ਆਪਣੀ ਹੈ। ਅਤੇ ਸਿੱਖ ਵੀ ਇੱਦਾਂ ਹੀ ਸੋਚੀ ਬੈਠੇ ਆ ਵੀ ਰੱਬ ਸਾਡੇ ਵਰਗਾ ਹੀ ਹੈ। ਔਰ ਮੈਂ ਕਈ ਵਾਰੀ ਵਿਚਾਰ ਕਰਦਾ ਹੁੰਦਾ ਵੀ ਜਿਹੜਾ ਸੱਚਖੰਡ ਦੀ ਰਜਿਸਟਰੀ ਹੈ ਸਾਰਿਆਂ ਨੇ ਵੱਖਰੀ ਵੱਖਰੀ ਕਰਾਈ ਹੋਈ ਹੈ। ਮੁਸਲਮਾਨ ਕਹਿੰਦੇ ਵੀ ਸੱਚਖੰਡ ਵਿੱਚ ਜੰਨਤ ਵਿੱਚ ਅੱਲਾਹ ਤਾਲਾ ਦੇ ਕੋਲ ਸਿਰਫ ਅਸੀਂ ਜਾਣਾ ਜੇ, ਬਾਕੀ ਸਾਰੇ ਦੋਜ਼ਖ 'ਚ ਸੜਨਗੇ। ਹਿੰਦੂਆਂ ਨੂੰ ਪੁੱਛੋ ਤਾਂ ਉਹ ਕਹਿੰਦੇ ਭਗਵਾਨ ਦੇ ਕੋਲ ਸਾਡਾ ਹੀ ਉੱਥੇ ਪਲਾਟ ਜਿਹੜਾ ਨਾ ਬੁੱਕ ਕਰਾਇਆ ਹੋਇਆ, ਅਸੀਂ ਜਾਣਾ ਭਗਵਾਨ ਕੋਲ। ਅਤੇ ਸਿੱਖ ਕਹਿੰਦੇ ਵੀ ਸੱਚਖੰਡ ਦੂਜਾ ਕਿਵੇਂ ਵੜ ਜੇ, ਖਾਲਸੇ ਦਾ ਹੀ ਕਬਜ਼ਾ ਹੋਣਾ। ਪਰ ਖਾਲਸਾ ਜੀ ਇਹ ਦਾਅਵਿਆਂ ਨਾਲ ਨਹੀਂ ਗੱਲ ਬਣਨੀ ਜੇ। ਖਾਲਸਾ ਬਣ ਜਾਈਏ, ਮਹਾਰਾਜ ਕਿਰਪਾ ਕਰ ਦੇਣ, ਲੈ ਜਾਣ ਪਾਉ ਫੜ ਕੇ, ਉਹਨਾਂ ਦੀ ਬਖਸ਼ਿਸ਼ ਹੈ। ਪਰ ਇੱਦਾਂ ਦਾਅਵਿਆਂ ਨਾਲ ਨਹੀਂ ਕੁਝ ਬਣਦਾ। ਰੱਬ ਜਿਹੜਾ ਇਹਨਾਂ ਰੂਪਾਂ ਰੇਖਾਂ ਰੰਗਾਂ ਤੋਂ ਉੱਪਰ ਹੈ। ਅਰੇਖ ਰੂਪ ਆਦ ਆਪ ਅਦਵੈਖ ਅਭੇਖ, ਭੇਖਾਂ ਤੋਂ ਰਹਿਤ ਹੈ। ਅਭੈ ਹੈ, ਅਭੈ ਦਾ ਅਰਥ ਹੈ ਭੈ ਤੋਂ ਰਹਿਤ ਹੈ, ਨਿਰਭਉ ਹੈ। ਅਸੀਂ ਸਾਰੇ ਕਿਸੇ ਨਾ ਕਿਸੇ ਤੋਂ ਡਰਦੇ ਹਾਂ। ਕੁਦਰਤ ਦਾ ਇੱਕ ਨਿਯਮ ਹੈ ਕਿ ਚੂਹਾ ਬਿੱਲੀ ਤੋਂ ਡਰਦਾ, ਬਿੱਲੀ ਕੁੱਤੇ ਤੋਂ ਡਰਦੀ, ਛਾਲ ਮਾਰ ਕੇ ਕੰਧ 'ਤੇ ਚੜ੍ਹਦੀ ਕੁੱਤੇ ਨੂੰ ਵੇਖ ਕੇ। ਅਤੇ ਕੁੱਤਾ ਡੰਡੇ ਤੋਂ ਡਰਦਾ ਵੀ ਇਹ ਡੰਡਾ ਜਿਹੜਾ ਲਈ ਫਿਰਦਾ ਇਹ ਮੇਰੀ ਲੱਕ 'ਚ ਮਾਰੇਗਾ। ਅਤੇ ਡੰਡਾ ਅੱਗ ਤੋਂ ਡਰਦਾ ਵੀ ਮੈਨੂੰ ਸਾੜ ਦੇਗੀ। ਅੱਗ ਪਾਣੀ ਤੋਂ ਡਰਦੀ ਹੈ, ਮੈਨੂੰ ਬੁਝਾ ਦੇਗਾ। ਪਾਣੀ ਹਵਾ ਤੋਂ ਡਰਦਾ, ਬੱਦਲ ਬਣਿਆ ਉੱਡਦਾ ਫਿਰਦਾ ਅਤੇ ਹਵਾ ਉਸ ਅਕਾਲ ਪੁਰਖ ਦੇ ਭੈ ਵਿੱਚ ਹੈ। ਪਰ ਅਕਾਲ ਪੁਰਖ 'ਤੇ ਕਿਸੇ ਦਾ ਭੈ ਨਹੀਂ ਹੈ। ਆਖੋ ਸ੍ਰੀ ਵਾਹਿਗੁਰੂ। ਡਰ ਪੈ ਧਰਤਿ ਆਕਾਸ਼ ਨਖਿਅਤਰਾ, ਸਿਰ ਉੱਪਰ ਅਮਰ ਕਰਾਰਾ। ਪੌਣ ਪਾਣੀ ਬੈ ਸੰਤਰ ਡਰ ਪੈ ਇੰਦਰ ਵਿਚਾਰਾ। ਇਹ ਸਭ ਦੇਵੀ ਦੇਵਤੇ ਡਰਦੇ ਨੇ, ਚੰਦ ਸੂਰਜ ਡਰਦੇ ਨੇ, ਧਰਤੀ ਅਸਮਾਨ ਡਰਦੇ ਨੇ। ਉਹ ਨਹੀਂ ਡਰਦਾ। ਏਕਾ ਨਿਰਭਉ ਬਾਤ ਸੁਣੀ, ਇੱਕ ਗੱਲ ਸੁਣੀ, ਅਕਾਲ ਪੁਰਖ ਨਿਰਭਉ ਹੈ। ਨਿਰਭਉ ਜਪੈ ਸਗਲ ਭਉ ਮਿਟੈ। ਜਿਹੜਾ ਉਸ ਨਿਰਭਉ ਨੂੰ ਜਪੇਗਾ ਉਹ ਵੀ ਨਿਰਭਉ ਹੋ ਜਾਏਗਾ। ਪ੍ਰਭ ਕੀ ਸਰਣ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਹਾਂਜੀ। ਰੂਪ ਅਰੂਪ ਅਰੇਖ ਜਰਾਰਦਨ। ਵਾਹਿਗੁਰੂ ਰੂਪ ਵਾਲਾ ਵੀ ਹੈ ਅਤੇ ਰੂਪ ਤੋਂ ਰਹਿਤ ਅਰੂਪ ਵੀ ਹੈ। ਰੂਪ ਵਾਲਾ ਕਿਵੇਂ ਹੈ? ਆਹ ਜਿੰਨਾ ਰੂਪ ਦਿਸ ਰਿਹਾ ਉਹਦਾ ਹੀ ਹੈ। ਆਖੋ ਵਾਹਿਗੁਰੂ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਗੁਰੂ ਅਮਰਦਾਸ ਸਾਹਿਬ ਦੇ ਬਚਨ ਨੇ, ਆਹ ਜਿੰਨਾ ਰੂਪ ਦੁਨੀਆ 'ਚ ਦੇਖ ਰਹੇ ਹੋ, ਇਹ ਫੁੱਲਾਂ ਦਾ ਰੂਪ, ਇਹ ਫਲਾਂ ਦਾ ਰੂਪ, ਇਹ ਇਸਤਰੀਆਂ ਦਾ ਰੂਪ, ਇਹ ਪੁਰਸ਼ਾਂ ਦਾ ਰੂਪ, ਇਹ ਪਹਾੜਾਂ ਦਰਿਆਵਾਂ ਦਾ ਜਿੰਨਾ ਰੂਪ ਹੈ ਇਹ ਉਹਦਾ ਹੀ ਰੂਪ ਹੈ। ਕੀੜੀ ਤੋਂ ਲੈ ਕੇ ਹਾਥੀ ਤੱਕ ਉਹਦਾ ਹੀ ਰੂਪ ਹੈ। ਮੱਛਰ ਤੋਂ ਲੈ ਕੇ ਗਰੜ ਤੱਕ ਉਹਦਾ ਹੀ ਰੂਪ ਹੈ। ਸਾਰੇ ਰੂਪਾਂ ਵਿੱਚ ਵਰਤ ਰਿਹਾ ਹੈ। ਕੋਈ ਰੂਪ ਐਸਾ ਨਹੀਂ ਜਿਹੜਾ ਰੱਬ ਤੋਂ ਵੱਖਰਾ ਹੋਵੇ। ਦਸਵੇਂ ਪਾਤਸ਼ਾਹ ਲਿਖਦੇ ਨੇ, ਕਹੂੰ ਫੂਲ ਹਵੈ ਕੈ ਭਲੀ ਭਾਂਤ ਫੂਲੇ, ਕਹੂੰ ਭਵਰ ਹਵੈ ਕੈ ਭਲੀ ਭਾਂਤ ਭੂਲੇ। ਕਿਤੇ ਫੁੱਲ ਬਣਿਆ ਅਤੇ ਕਿਤੇ ਵਾਹਿਗੁਰੂ ਭੌਰਾ ਬਣਿਆ। ਫੁੱਲ ਵੀ ਆਪ ਹੈ, ਭੌਰਾ ਵੀ ਆਪ ਹੈ। ਸਾਰਾ ਉਹਦਾ ਹੀ ਰੂਪ ਹੈ। ਅਤੇ ਅਰੂਪ, ਅਰੂਪ ਦਾ ਮਤਲਬ ਹੈ ਵੀ ਕੋਈ ਰੂਪ ਨਹੀਂ ਹੈ। ਜੋਤ ਹੈ ਉਹ, ਖਾਸ ਰੂਪ ਉਹਦਾ ਕੋਈ ਨਹੀਂ ਜੇ। ਵੀ ਇਹ ਕਹਿ ਦਿਓ ਵੀ ਇਹ ਰੱਬ ਦਾ ਰੂਪ ਹੈ ਅਤੇ ਆਹ ਨਹੀਂ, ਇੱਦਾਂ ਨਹੀਂ। ਸਾਰਾ ਹੀ ਰੱਬ ਦਾ ਰੂਪ ਹੈ, ਪਰ ਰੱਬ ਦਾ ਆਪਣਾ ਕੋਈ ਰੂਪ ਨਹੀਂ। ਅਰੂਪੇ ਅਨੂਪੇ, ਉਹ ਰੂਪ ਅਤੇ ਅਨੂਪ ਉਹ ਪਰੇ ਦੀ ਖੇਡ ਹੈ। ਰੂਪ ਅਰੂਪ ਅਰੇਖ ਜਰਾਰਦਨ। ਅਰੇਖ ਕਹਿੰਦੇ ਰੇਖ ਤੋਂ ਰਹਿਤ ਹੈ। ਰੇਖਾ ਪਸ਼ੂਆਂ ਦੇ, ਪੰਛੀਆਂ ਦੇ, ਸਾਰਿਆਂ ਦੇ ਕਰਮਾਂ ਦੀਆਂ ਰੇਖਾ ਪਈਆਂ ਹੋਈਆਂ ਨੇ। ਹੱਥ ਦੇ ਉੱਤੇ ਰੇਖਾ ਪਈਆਂ ਹੋਈਆਂ ਨੇ। ਵਾਹਿਗੁਰੂ ਦੇ ਹੱਥ ਦੀ ਰੇਖਾ ਕੋਈ ਨਹੀਂ ਪੜ੍ਹ ਸਕਦਾ, ਕਿੱਡਾ ਮਰਜ਼ੀ ਜੋਤਸ਼ੀ ਬਣਿਆ ਫਿਰੇ। ਰੱਬ ਦੀਆਂ ਗੱਲਾਂ ਰੱਬ ਹੀ ਜਾਣਦਾ ਹੈ। ਅਰੇਖ ਹੈ, ਕੋਈ ਰੇਖ ਨਹੀਂ ਹੈ। ਜਰਾਰਦਨ ਦਾ ਅਰਥ ਹੈ, ਜਰਾ ਨਾਮ ਹੈ ਬੁਢੇਪੇ ਦਾ। ਬੁਢੇਪਾ ਸਾਰਿਆਂ 'ਤੇ ਆਉਣਾ ਜੇ, ਸਾਡੇ ਸਾਰਿਆਂ 'ਤੇ, ਪਰ ਵਾਹਿਗੁਰੂ 'ਤੇ ਬੁਢੇਪਾ ਨਹੀਂ ਆਉਣਾ।
ਰੱਬ ਬੁੱਢਾ ਨਹੀਂ ਹੁੰਦਾ, ਸਦਾ ਹੀ ਜਵਾਨ ਹੈ, ਸਦਾ ਹੀ ਨੌਤਨ ਹੈ। ਤੇਰੇ ਬੰਕੇ ਲੋਇਣ ਦੰਤਰੀ ਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਉਹ ਪਰਮਾਤਮਾ ਬੁਢੇਪੇ ਦਾ ਵੈਰੀ ਹੈ, ਅਰਦਨ ਨਾਮ ਵੈਰੀ ਦਾ ਹੈ, ਬੁਢੇਪੇ ਨੂੰ ਕੱਟਣ ਵਾਲਾ ਹੈ। ਉਹ ਬੁਢੇਪੇ ਤੋਂ ਦੂਰ ਹੈ, ਬੁਢੇਪਾ ਉਹਦੇ ਨੇੜੇ ਨਹੀਂ ਆਉਂਦਾ, ਸਦਾ ਹੀ ਉਹ ਪ੍ਰਕਾਸ਼ ਰੂਪ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਬਚਨ ਨੇ, ਨਾ ਇਹ ਬੂਢਾ ਨਾ ਇਹ ਬਾਲਾ, ਨਾ ਇਸ ਦੁੱਖ ਨਹੀਂ ਜਮ ਜਾਲਾ, ਨਾ ਇਹ ਬੜਾ ਨਾ ਘਟਦਾ ਜਾਏ, ਉਹ ਅਬਿਨਾਸੀ ਰਿਹਾ ਸਮਾਏ। ਅਬਿਨਾਸੀ ਹੈ, ਨਾ ਬੁੱਢਾ ਹੁੰਦਾ ਨਾ ਜਵਾਨ, ਇਹਨਾਂ ਸਾਰੀਆਂ ਗੱਲਾਂ ਤੋਂ ਉੱਪਰ ਹੈ। ਹਾਂਜੀ, ਦੀਨ ਦਇਆਲ ਕਿਰਪਾਲ ਭਏ ਹੈ। ਔਰ ਦੀਨਾਂ ਤੇ ਦਇਆ ਕਰਨੀ ਉਹਦਾ ਸਭ ਤੋਂ ਵੱਡਾ ਸੁਭਾਅ ਹੈ, ਜਿਨ੍ਹਾਂ ਦਾ ਸੰਸਾਰ 'ਚ ਕੋਈ ਨਹੀਂ, ਉਹਨਾਂ ਦਾ ਉਹ ਮਿੱਤਰ ਹੈ। ਆਖੋ ਵਾਹਿਗੁਰੂ। ਜਿਸ ਕਾ ਨਾਹੇ ਕੋਏ ਹਾਂ, ਤਿਸ ਕਾ ਪ੍ਰਭੂ ਸੋਏ ਹਾਂ। ਜਿਹਦਾ ਕੋਈ ਨਹੀਂ ਉਹਦਾ ਉਹ ਬਣਦਾ। ਸੰਸਾਰ ਦੇ ਵਿੱਚ ਸਾਧ ਸੰਗਤ ਜੀ, ਸੰਸਾਰੀ ਰਿਸ਼ਤੇਦਾਰ ਸੱਜਣ ਮਿੱਤਰ ਉਹਨਾਂ ਚਿਰ ਸਾਥ ਨਿਭਾਉਂਦੇ ਆ ਜਿੰਨਾ ਚਿਰ ਖਾਣ ਪੀਣ ਨੂੰ ਸਾਡੇ ਕੋਲ ਵੀ ਹੋਵੇ। ਜਿਸ ਦਿਨ ਸਾਡੇ ਕੋਲ ਮੁੱਕ ਗਿਆ, ਉਹਨਾਂ ਨੇ ਵੀ ਫਤਿਹ ਬੁਲਾ ਦੇਣੀ ਹੈ। ਤੇ ਚਿੱਚਰ ਪਹਿਨਣ ਖਾਵਣੇ, ਤਿੱਚਰ ਰੱਖਣ ਗੰਢ। ਜਿੰਨਾ ਚਿਰ ਪਹਿਨਣ ਖਾਣ ਨੂੰ ਦਈ ਜਾਓ, ਚਾਹ ਪਾਣੀ ਪਿਆਈ ਜਾਓ। ਆਏ ਗਏ ਨੂੰ ਪੁੱਛੋ, ਭਾਈ ਸਾਹਿਬ ਜੀ ਕੀ ਛਕੋਗੇ, ਫਲ ਛਕੋਗੇ, ਫਰੂਟ ਛਕੋਗੇ, ਬੜੇ ਖੁਸ਼ ਹੁੰਦੇ ਆ ਵੀ ਫਲਾਣੇ ਸਿੰਘ ਦੇ ਘਰ ਗਏ, ਬੜੀ ਸੇਵਾ ਕੀਤੀ। ਜਦੋਂ ਵਿਚਾਰੇ ਦੇ ਘਰ ਨਾ ਕੁਝ ਹੋਵੇ ਤੇ ਜਾਈਏ ਤੇ ਹੁਣ ਉਹਦੇ ਘਰ ਤੇ ਆਪਣੇ ਕੋਈ ਨਹੀਂ, ਤੁਹਾਨੂੰ ਕੀ ਛਕਾਵੇ। ਤੇ ਪਿੱਛੋਂ ਗਾਲਾਂ ਕੱਢਦੇ, ਕਹਿੰਦੇ ਉਹਦੇ ਘਰ ਗਏ ਚਾਹ ਵੀ ਨਹੀਂ ਪਿਆਈ। ਜਿੱਚਰ ਪਹਿਨਣ ਖਾਵਣੇ, ਤਿੱਚਰ ਰੱਖਣ ਗੰਢ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਨੇ। ਜਿਤ ਦਿਨ ਕਛੂ ਨਾ ਹੋਵਈ, ਜਿਸ ਦਿਨ ਕੁਝ ਨਾ ਹੋਇਆ, ਤਿਤ ਦਿਨ ਬੋਲਣ ਗੰਧ। ਗਾਲਾਂ ਕੱਢਣ ਡੈ ਪੈਂਦੇ ਆ। ਜੇ ਤੇ ਰੱਖੜੀ ਤੇ ਆਈ ਹੋਈ ਨਨਾਣ ਨੂੰ ਭਰਜਾਈ ਸੂਟ ਦੇ ਦੇਵੇ, ਫਿਰ ਨਨਾਣ ਕਹਿੰਦੀ ਭਰਜਾਈ ਬੜੀ ਚੰਗੀ ਹੈ, ਬੜੀ ਚੰਗੀ ਸਾਡੀ ਭਰਜਾਈ। ਤੇ ਜੇ ਕਿਤੇ ਵਿਚਾਰੇ ਕੋਲ ਨਾ ਗੱਲ ਬਣੇ ਤੇ ਫਿਰ ਉਹਦੇ ਪੇਕਿਆਂ ਨੂੰ ਪੁੰਦੀ ਹੈ ਵੀ ਉਹਦੀ ਤੇ ਮਾਪੇ ਮਰ ਜਾਣ, ਇਹੋ ਜਿਹੀ ਚੰਦਰੀ ਆਈ ਹੈ, ਜਦੋਂ ਦੀ ਮੇਰੇ ਭਰਾ ਦੇ ਘਰ ਆਈ ਹੈ ਸਾਡਾ ਤੇ ਘਰ ਹੀ ਉਜਾੜ ਛੱਡਿਆ, ਪੇਕਿਆਂ ਦਾ ਘਰ ਹੀ ਨਹੀਂ ਰਹਿਣ ਦਿੱਤਾ। ਜਿੱਚਰ ਪਹਿਨਣ ਖਾਵਣੇ, ਤਿੱਚਰ ਰੱਖਣ ਗੰਢ। ਜਿਤ ਦਿਨ ਕਛੂ ਨਾ ਹੋਵਈ, ਜਿਸ ਦਿਨ ਕੁਝ ਨਾ ਹੋਇਆ, ਤਿਤ ਦਿਨ ਬੋਲਣ ਗੰਧ। ਗਾਲਾਂ ਕੱਢਣ ਡੈ ਪੈਂਦੇ। ਮਹਾਰਾਜ ਕਹਿੰਦੇ ਸੰਸਾਰ ਦੀ ਇੱਕ ਖੇਡ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹਨਾਂ ਦਾ ਮਦਦਗਾਰ ਹੈ ਜਿਨ੍ਹਾਂ ਕੋਲ ਕੱਖ ਵੀ ਨਹੀਂ, ਕੱਖ ਵੀ ਨਹੀਂ। ਉਹਨਾਂ ਦੇ ਨਾਲ ਹੈ। ਦੀਨ ਦਇਆਲ ਕਿਰਪਾਲ ਭਏ ਹੈ। ਉਹ ਦੀਨਾਂ ਤੇ ਦਇਆ ਕਰਨ ਵਾਲਾ ਕਿਰਪਾਲੂ ਉਹਦਾ ਸੁਭਾਅ ਹੈ। ਜਾ ਕੋ ਮੁਸ਼ਕਲ ਅੱਤ ਬਣੈ, ਢੋਈ ਕੋਏ ਨਾ ਦੇ। ਲਾਗੂ ਹੋਏ ਦੁਸ਼ਮਣਾ, ਸਾਖ ਵੀ ਭੱਜ ਖੜੇ। ਜਿਹਦੇ ਤੇ ਮੁਸ਼ਕਲ ਪੈ ਜਾਏ, ਦੁਸ਼ਮਣ ਬਣ ਜੀ ਸਾਰੀ ਦੁਨੀਆ, ਕੋਈ ਸੱਜਣ ਮਿੱਤਰ ਨਾ ਰਵੇ, ਸਾਖ ਭੱਜ ਜਾਣ ਸਾਰੇ। ਸਾਖ ਵੀ ਭੱਜ ਖਲੇ, ਸਭੋ ਭੱਜੈ ਆਸਰਾ। ਚੁੱਕੈ ਸਭ ਅਸਰਾਓ, ਚਿਤ ਆਵੈ ਉਸ ਪਾਰ। ਬ੍ਰਹਮ ਤਾਂ ਲੱਗੈ ਨਾ ਤਤੀ ਵਾਓ, ਸਾਹਿਬ ਨਿਤਾਣਿਆ ਕਾ ਤਾਣ। ਉਹ ਨਿਮਾਣਿਆਂ ਨਿਤਾਣਿਆਂ ਦਾ ਓਟ ਆਸਰਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨੂੰ ਦੀਨ ਦਿਆਲ ਕਿਰਪਾਲ ਭਏ ਹੈ ਕਹਿੰਦੇ। ਮੇਰਾ ਵਾਹਿਗੁਰੂ ਦੀਨਾਂ ਤੇ ਦਇਆ ਕਰਨ ਵਾਲਾ ਹੈ, ਕਿਰਪਾਲੂ ਹੈ, ਸਰੀਬ ਕਾਲ ਪ੍ਰਕਾਸ਼ ਰੂਪ ਹੈ। ਇਹ ਬਚਨ ਸੁਣਾ ਰਹੇ ਸਾਧ ਸੰਗਤ ਜੀ। ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਆਓ ਅਖੀਰਲੀ ਪੰਕਤੀ ਸਰਵਣ ਕਰੀਏ ਜੀ। ਆਦ ਅਨੀਲ ਅਨਾਦ ਅਨਾਹਦ, ਆਪ ਅਦਵੈਖ ਅਪੇਖ ਅਪੈ ਹੈ। ਰੂਪ ਅਰੂਪ ਅਰੇਖ ਜਨਾਰਦਨ, ਦੀਨ ਦਇਆਲ ਕਿਰਪਾਲ ਭਏ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।